हाँ जी, गुड आफ्टरनून सारे जनिਆਂ ਨੂੰ। ਕੀ ਹਾਲ ਚਾਲ ਹੈ? ਵਧੀਆ ਸਿਰਾ, ਚਲੋ ਬਹੁਤ ਵਧੀਆ ਗੱਲ ਹੈ। ਸੋ ਕੱਲ ਦੀ ਕਲਾਸ ਦੇ ਵਿੱਚ ਆਪਾਂ ਦੇਖਿਆ ਸੀਗਾ, ਆਪਾਂ ਆਪਣੇ ਮੈਡੀਵਲ ਹਿਸਟਰੀ ਜਿਹੜੀ ਹੈ ਪੰਜਾਬ ਦੀ ਉਹਨੂੰ ਖਤਮ ਕਰਕੇ ਮਾਡਰਨ ਵੱਲ ਆਪਣਾ ਕਦਮ ਵਧਾਉਣ ਜਾ ਰਹੇ ਹਾਂ। ਠੀਕ ਹੈ, ਸੋ ਅੱਜ ਦੀ ਕਲਾਸ 'ਚ ਆਪਾਂ ਬਹੁਤ ਹੀ ਮਹੱਤਵਪੂਰਨ ਚੀਜ਼ਾਂ ਦੇਖਣੀਆਂ ਨੇ ਜਿਹੜਾ ਕਿ ਆਪਣੀ ਪੂਰੀ ਦੀ ਪੂਰੀ ਮਾਡਰਨ ਹਿਸਟਰੀ ਦਾ ਬੇਸ ਬਣੂਗੀ। ਠੀਕ ਹੈ, ਸੋ ਲਾਸਟ ਮਹਾਰਾਜਾ ਜਿਹੜੇ ਸੀਗੇ ਆਪਣੇ ਪੰਜਾਬ ਦੇ ਉਹ ਮਹਾਰਾਜਾ ਦਲੀਪ ਸਿੰਘ ਜੀ ਸੀ, ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਇੰਨੇ ਵੀਕ ਰੂਲਰ ਸੀ ਕਿ ਅੰਗਰੇਜ਼ਾਂ ਨੇ ਪੂਰੀ ਤਰੀਕੇ ਨਾਲ ਕਬਜ਼ਾ ਲੈਣ ਦੀ ਸੋਚੀ, ਜਿਸ ਦੇ ਵਿੱਚ ਅੰਗਰੇਜ਼ਾਂ ਨੇ ਕੀ ਕਰਨਾ ਹੈ, ਐਂਗਲੋ ਸਿੱਖ ਵਾਰ ਕਰਨੀ। ਉਹ ਐਂਗਲੋ ਸਿੱਖ ਵਾਰ, ਠੀਕ ਹੈ। ਐਂਗਲੋ ਦਾ ਮਤਲਬ ਕੀ ਹੁੰਦਾ ਹੈ? ਬ੍ਰਿਟਿਸ਼। याद है ਆਪਾਂ पॉलिटी च एंगलो इंडियन पढ़ते ਹੁੰਦੇ ਸੀਗੇ। ठीक है, ਤੇ ਸਿੱਖਾਂ ਦਾ ਮਤਲਬ ਤਾਂ ਆਪਾਂ ਨੂੰ ਪਤਾ ਹੀ ਹੈ। ठीक है जी, ਤਾਂ ਸਿੱਖਾਂ ਦੇ ਵਿੱਚ ਤੇ ਅੰਗਰੇਜ਼ਾਂ ਦੀ ਟੁਕੜੀ ਦੇ ਵਿੱਚ ਕੀ ਹੋਣਾ ਹੈ ਜੀ? ਹੁਣ ਯੁੱਧ ਹੋਣਾ ਹੈ। ਹੁਣ ਕੀ ਹੋਣੀ ਹੈ? ਲੜਾਈ ਹੋਣੀ ਹੈ। ਸੋ ਐਂਗਲੋ ਸਿੱਖ ਵਾਰ ਕੁੱਲ ਮਿਲਾ ਕੇ ਕਿੰਨੀਆਂ ਹੋਈਆਂ ਨੇ? 2 ਹੋਈਆਂ ਨੇ। ठीक है जी, ਪਹਿਲੀ ਐਂਗਲੋ ਸਿੱਖ ਵਾਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ 1846 ਤੋਂ ਲੈ ਕੇ 45 ਤੋਂ ਲੈ ਕੇ 45 ਤੋਂ ਲੈ ਕੇ 1846 ਤੱਕ ਚੱਲੀ ਸੀ, 46 ਤੱਕ ਚੱਲੀ ਸੀ। ਦੂਜੀ ਐਂਗਲੋ ਇੰਡੀਅਨ ਦੀ ਗੱਲ ਕਰੀਏ ਅਗਰ ਆਪਾਂ ਤਾਂ ਇਹ 1848 ਤੋਂ ਲੈ ਕੇ 1849 ਤੱਕ ਚੱਲੀ ਸੀ, ਜਿਸ ਤੋਂ ਬਾਅਦ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ। ਠੀਕ ਹੈ ਜੀ, ਹੁਣ ਇਹ ਜਿਹੜੀਆਂ ਐਂਗਲੋ ਸਿੱਖ ਵਾਰ ਹੈਗੀਆਂ ਨੇ ਇਹਨਾਂ ਦੇ ਵਿੱਚੋਂ ਕੁਝ ਲੜਾਈਆਂ, ਮਤਲਬ ਪਤਾ ਕੀ ਹੁੰਦਾ, ਵਾਰ ਜਿਹੜਾ ਹੈ, ਜੰਗ ਜਿਹੜੀ ਹੈ ਨਾ, ਉਹ ਐ ਨਹੀਂ ਹੁੰਦਾ ਕਿ ਇੱਕ ਲੜਾਈ ਲੜ ਲਈ, ਇਹ ਸੀਰੀਜ਼ ਆਫ ਜੰਗ ਹੁੰਦੀ ਹੈ। ਮਤਲਬ ਬਹੁਤ ਸਾਰੀਆਂ ਲੜਾਈਆਂ ਇਹਦੇ ਚ ਹੁੰਦੀਆਂ, 4-5 ਲੜਾਈਆਂ ਲੜਦੇ ਲੜਦੇ ਆਪਾਂ ਉੱਥੇ ਪਹੁੰਚ ਗਏ, ਉੱਥੋਂ ਯੁੱਧ ਸ਼ੁਰੂ ਹੋ ਗਿਆ। ਸੋ ਇਸ ਤਰੀਕੇ ਨਾਲ ਸੀਰੀਜ਼ ਆਫ ਲੜਾਈਆਂ ਆਪਣੀਆਂ ਚੱਲਦੀਆਂ ਨੇ। ਠੀਕ ਹੈ, ਸੋ ਜਿਹੜੀਆਂ ਐਂਗਲੋ ਸਿੱਖ ਵਾਰ ਹੋਣਗੀਆਂ ਉਹਦੇ ਚ ਬੇਟਾ ਮੇਨ ਜਿਹੜੀਆਂ ਲੜਾਈਆਂ ਨੇ ਇਹ ਆਪਾਂ ਨੂੰ ਯਾਦ ਰੱਖਣੀਆਂ ਹੈ। ਠੀਕ ਹੈ, ਜਿਵੇਂ ਕਿ ਪਹਿਲੀ ਐਂਗਲੋ ਸਿੱਖ ਵਾਰ ਦਾ ਮੇਨ ਕੁਐਸਚਨ ਜਿਹੜਾ ਪੇਪਰ 'ਚ ਤੁਹਾਨੂੰ ਬਣੂਗਾ ਉਹ ਇਹ ਬਣੂਗਾ ਕਿ ਐਂਗਲੋ ਸਿੱਖ ਵਾਰ ਦੀ ਸ਼ੁਰੂਆਤ ਕਿੱਥੋਂ ਹੋਈ ਸੀ। ਜਿਵੇਂ ਕੱਲ ਆਪਾਂ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਜਿੱਤ ਦੀ ਸ਼ੁਰੂਆਤ ਲਾਹੌਰ ਦੀ ਲੜਾਈ ਨਾਲ ਹੁੰਦੀ ਹੈ, ਉਸੇ ਤਰੀਕੇ ਨਾਲ ਐਂਗਲੋ ਸਿੱਖ ਵਾਰ ਹੁਣ ਅੰਗਰੇਜ਼ਾਂ ਦੀ ਜਿੱਤ ਦੀ ਲੜਾਈ ਹੈ, ਤਾਂ ਕਿੱਥੋਂ ਸ਼ੁਰੂ ਹੋਊਗੀ? ਇਹ ਲੜਾਈ ਸ਼ੁਰੂ ਹੋਊਗੀ ਜੀ ਮੁੱਦਕੀ ਤੋਂ। ਠੀਕ ਹੈ, ਮੁੱਦਕੀ ਤੋਂ ਇਹ ਲੜਾਈ ਹੁਣ ਸ਼ੁਰੂ ਹੋਣੀ ਹੈ ਤੇ ਹੁੰਦੇ ਹੁੰਦੇ ਇਹ ਲੜਾਈ ਜਿਹੜੀ ਹੈਗੀ ਹੈ ਖਤਮ ਹੋਏਗੀ ਆਪਣੀ ਅੱਗੇ ਚੱਲ ਕੇ। ਠੀਕ ਹੈ, ਫਿਰ ਉਹ ਖਤਮ ਹੋ ਜਾਏਗੀ ਤਾਂ ਲਾਹੌਰ ਦੀ ਸੰਧੀ ਸਾਈਨ ਹੋਊਗੀ, ਲਾਹੌਰ 'ਚ ਲੜਾਈ ਖਤਮ ਹੋਏਗੀ। ਲਾਹੌਰ ਦੀ ਸੰਧੀ ਤੋਂ ਬਾਅਦ 1 ਸਾਲ ਦੇ ਵਿੱਚ ਹੀ ਅੰਗਰੇਜ਼ ਜਿਹੜੇ ਹੈਗੇ ਆ ਲਾਹੌਰ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਮਹਾਰਾਜਾ ਦਲੀਪ ਸਿੰਘ ਤੋਂ ਖੋਣ ਦੀ ਕੋਸ਼ਿਸ਼ ਕਰਨਗੇ, ਜਿਸ ਦੇ ਕਰਕੇ ਕੀ ਹੋਊਗਾ ਕਿ ਆਪਣੀ ਦੂਜੀ ਲੜਾਈ ਜਿਹੜੀ ਹੈਗੀ ਆ ਉਹ ਚੱਲ ਪਊਗੀ ਤੇ ਦੂਜੀ ਲੜਾਈ ਤੋਂ ਬਾਅਦ ਤਾਂ ਦਲੀਪ ਸਿੰਘ ਇੰਨੇ ਕਮਜ਼ੋਰ ਹੋ ਜਾਣਗੇ ਕਿ ਉਹ ਲਾਹੌਰ ਵੀ ਜਿਹੜਾ ਹੈ ਅੰਗਰੇਜ਼ਾਂ ਨੂੰ ਸੌਂਪ ਕੇ ਨਿਕਲ ਜਾਣਗੇ। ਠੀਕ ਹੈ ਜੀ, ਸੋ ਹੁਣ ਆਪਾਂ ਜਿਹੜੀਆਂ ਨੇ ਇਹ ਐਂਗਲੋ ਸਿੱਖ ਵਾਰ ਦੇਖਣੀਆਂ ਨੇ ਕਿ ਕਿਹੜੀ ਆਪਣੀ ਐਂਗਲੋ ਸਿੱਖ ਵਾਰ ਹੈ ਤੇ ਕੀ ਇਹਨਾਂ ਦੀ ਇੰਪੋਰਟੈਂਟ ਪੁਆਇੰਟਸ ਹੈ ਉਹ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਸੋ ਇੰਨਾ ਨੋਟ ਕੀਤਾ ਸਾਰਿਆਂ ਨੇ? ਇਹ ਤਾਂ ਜਸਟ ਇੱਕ ਸਟੋਰੀ ਸੀਗੀ, ਹੁਣ ਤੁਸੀਂ ਅੱਗੇ ਚੱਲੋ ਕਿ ਐਂਗਲੋ ਸਿੱਖ ਵਾਰ ਆਪਣੀ ਕਿਹੜੀਆਂ ਨੇ। ਠੀਕ ਹੈ, ਹਾਂਜੀ, ਸੋ ਐਂਗਲੋ ਸਿੱਖ ਵਾਰਸ ਦੇ ਉੱਤੇ ਆਪਾਂ ਆਈਏ ਤਾਂ ਆਪਣੀ ਪਹਿਲੀ ਐਂਗਲੋ ਸਿੱਖ ਵਾਰ ਸ਼ੁਰੂ ਹੁੰਦੀ ਹੈ ਬੈਟਲਸ, ਜਿਹੜੀ ਕਿ ਪਹਿਲਾ ਐਂਗਲੋ ਸਿੱਖ ਵਾਰ ਦੇ ਵਿੱਚ ਹੋਈ। ਪਹਿਲੀ ਹੋਈ ਸੀ ਬੈਟਲ ਆਫ ਮੁੱਦਕੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਹਿਲੀ ਲੜਾਈ ਜਿਹੜੀ ਹੈ ਬਹੁਤ ਜ਼ਰੂਰੀ ਹੋਏਗੀ ਤੁਹਾਡੇ ਵਾਸਤੇ। ਦੇਖੋ, ਇੱਕ ਲੜਾਈ ਤਾਂ ਉਹ ਜ਼ਰੂਰੀ ਹੋਊਗੀ ਜਿੱਥੋਂ ਸ਼ੁਰੂਆਤ ਹੋਈ ਹੈ, ਦੂਜੀ ਲੜਾਈ ਉਹ ਜ਼ਰੂਰੀ ਹੋਊਗੀ ਜਿਹੜੀ ਆਪਣੇ ਸਿੱਖਾਂ ਨੇ ਜਿੱਤ ਲਈ ਹੈ। ਠੀਕ ਹੈ ਜੀ, ਸੋ ਮੁੱਦਕੀ ਪਹਿਲੀ ਲੜਾਈ ਸੀ, ਸੋ ਇਹਨੂੰ ਯਾਦ ਰੱਖਣਾ ਹੈ। ਮੁੱਦਕੀ ਫਿਰੋਜ਼ਪੁਰ ਦੇ ਕੋਲੇ ਪੈਂਦਾ ਹੈਗਾ। 18 ਦਸੰਬਰ 1845 ਦੇ ਵਿੱਚ ਇਹ ਯੁੱਧ ਸ਼ੁਰੂ ਹੋ ਗਿਆ ਸੀਗਾ। ਠੀਕ ਹੈ, ਇਸ ਫੋਰਸ ਦੇ ਵਿੱਚ ਜਿੰਨੇ ਮਰਜ਼ੀ ਲੋਕੀ ਲੜੇ ਹੋਣ, ਲੇਕਿਨ ਤੁਹਾਨੂੰ ਇਹ ਦੇਖਣਾ ਹੈ ਕਿ ਸਿੱਖ ਫੋਰਸਿਸ ਨੂੰ ਲੀਡ ਕੌਣ ਕਰ ਰਹੇ ਸੀ? ਤਾਂ ਲੀਡ ਕਰ ਰਹੇ ਸੀ ਜੀ ਲਾਲ ਸਿੰਘ ਜੀ, ਇਹਨਾਂ ਦਾ ਪੁਆਇੰਟ ਨੋਟ ਕਰਿਓ। ਬ੍ਰਿਟਿਸ਼ ਫੋਰਸਿਸ ਨੂੰ ਲੀਡ ਕਰ ਰਹੇ ਸੀ ਸਰ ਹਗਗੋ। ਠੀਕ ਹੈ, ਇਹਨਾਂ ਦਾ ਨਾਮ ਸੀਗਾ ਹਫਗੋ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ। ਇੱਧਰ ਦੇਖ ਲਓ ਪੰਜਾਬੀ ਦੇ ਵਿੱਚ ਸਰ ਹਿਊਗ ਗੱਫ ਜਿਹੜੇ ਸੀਗੇ ਪਰਸਨ ਇਹ ਵਾਲੇ ਸੀਗੇ, ਤੇ ਲਾਲ ਸਿੰਘ ਜੀ ਜਿਹੜੇ ਸੀਗੇ ਸਿੱਖਾਂ ਦੀ ਫੌਜ ਦੀ ਅਗਵਾਈ ਕਰ ਰਹੇ ਸੀਗੇ। ਠੀਕ ਹੈ ਜੀ, ਸੋ ਇੱਕ ਤਾਂ ਤੁਸੀਂ ਯਾਦ ਰੱਖਣਾ ਹੈ ਸਾਲ, ਬੇਟਾ ਐਗਜ਼ੈਕਟ ਡੇਟ ਯਾਦ ਰਹਿੰਦੀ ਹੈ ਰੱਖੋ, ਨਹੀਂ ਤਾਂ ਕੋਈ ਚੱਕਰ ਨਹੀਂ ਹੈ, ਬਸ ਲਿਖ ਲਓ ਤਾਂ ਕਿ ਰਿਵਾਈਜ਼ ਕਰੋਗੇ ਨਾ, ਰਿਵਾਈਜ਼ ਕਰਨ ਲੱਗੇ ਆਪਣੇ ਆਪ ਯਾਦ ਹੋ ਜਾਂਦਾ ਹੈ। ਤਾਂ 18 ਦਸੰਬਰ 1945 ਨੂੰ ਮੁੱਦਕੀ ਤੋਂ ਇਹ ਯੁੱਧ ਸ਼ੁਰੂ ਹੋਇਆ ਤੇ ਇਸ ਯੁੱਧ ਦੇ ਵਿੱਚ ਕੌਣ ਜਿੱਤੂਗਾ ਜੀ? ਅੰਗਰੇਜ਼ ਜਿੱਤਣਗੇ। ਬੈਟਲ ਜਿਹੜੀ ਹੈਗੀ ਹੈ ਅੰਗਰੇਜ਼ਾਂ ਦੇ ਦੁਆਰਾ ਜਿੱਤੀ ਜਾਊਗੀ। ਠੀਕ ਹੈ ਜੀ,
सो बस 2-3 पॉइंट लिखना। पहली बैटल मुद्दकी तो स्टार्ट, साल लिख लईओ ਇਹਦਾ। सिख फोर्सिस लाल सिंह जी देख रहे सी ते अंग्रेज दी फोर्सिस कौन देख रहे सी जी, ह्यूज गफ देख रहे सीगे। ठीक है जी, इन्हां दा नाम। सो ये सी अपनी पहली जिहड़ी शुरू हो रही है, मुद्दकी तो लड़ाई शुरू हुंदी है। ठीक है, लिख लिया, डन। हाँ जी, लिख लो। ठीक है, चलिए अगे बेटा। अगली बैटल ऑफ फिरोज शहर। फिरोज शहर की लड़ाई जिहड़ी हैगी है दूजे नंबर ते ये हुंदी है। हुण इन्हां नूं तुहानूं याद रखना जरूरी नहीं हैगा, ठीक है, बस तुसीं लिख लो बैटल ऑफ फिरोज शहर ताकि तुहानूं याद रहे माड़ा जा। 21-22 दिसंबर तक आपां उत्थे पहुंच गए सीगे, 18 दिसंबर तो तुरदे तुरदे उत्थे पहुंचे। ठीक है, इधर भी सेम ही ओही फोर्सिस ने अपनियां, सो सेम लिख लियो, लिखण की जरूरत नहीं है। अगेन ब्रिटिशर्स इस बैटल नूं जित जाते हैं। ठीक है जी, तो बस लिख लियो मुद्दकी, मुद्दकी तो फिरोज शहर। ठीक है, 21-22 दिसंबर सेम अपने कमांडर्स रहणगे, सिख फोर्सिस दे भी ते ब्रिटिश फोर्सिस दे भी। ठीक है जी, ठीक है बेटा, डन। ऑलराइट, नेक्स्ट पॉइंट, नेक्स्ट इज बैटल ऑफ बड्डोवाल। ठीक है, ये अपने लिए इंपॉर्टेंट है, बहुत बहुत इंपॉर्टेंट। ठीक है, ये लड़ाई जिहड़ी है क्यों इंपॉर्टेंट है अपने कोले, क्योंकि सिख इस लड़ाई नूं जित्ते सीगे। सो जित्तण वाली लड़ाई तुहाडे लई सब तो इंपॉर्टेंट रहेगी, ये गल याद रखनी। एक तां पहली लड़ाई ते जित्तण वाली। ठीक है जी, सो ये वाली लड़ाई जिहड़ी है सिख जित गए सीगे। उस टाइम सिख फोर्सिस नूं लीड कर रहे सी रणजोत सिंह जी मजीठिया, इन्हां दा नाम याद रखना। ठीक है जी, अते अकाली जिहड़े सीगे हनुमान सिंह जी वो भी लड़ रहे सीगे ते अंग्रेजां दी फोर्सिस नूं लैड कीता गया सीगा। कौन लीड कर रहे सी, सर हैरी स्मिथ। ठीक है जी, सो ना तुसी कॉलम बना के लिख लिया करो, जिवें सिख फोर्सिस, इधर लिख लिया करो ब्रिटिश। ठीक है, तो सिख दे थल्ले नाम लिख लो जी अपने रणजोत सिंह मजीठिया ते हनुमान सिंह जी जिहड़े अकाली दल दे सीगे, अकाली लीडर सीगे। ठीक है, अते ब्रिटिश वल्लों कौन सीगे जी अपने कोले, अपने हैरी स्मिथ सीगे। ठीक है जी, सो ये याद रखना। बड्डोवाल की लड़ाई जरूरी रहेगी तुहाडे वास्ते, लुधियाना दे कोले पैंदा हैगा। रीजन की हैगा, क्योंकि ये लड़ाई आपां जित गए सी। ठीक है जी, रणजोत सिंह जी की अगवाई बहुत ही मतलब आपां कह सकीए बहुत वधिया अगवाई इन्हां ने कीती सीगी अपनी टीम दी। ठीक है, डन। ठीक है बेटा, चलिए अगे, नाम लिख ले इन्हां दे। ऑलराइट, बड्डोवाल तो बाद अलीवाल याद रखने की जरूरत नहीं है तुसी, क्योंकि ब्रिटिशर्स ही जितणगे। ठीक है जी, अगेन ओही मीटिंग जिहड़ी हैगी है, ओही जिहड़ी लड़ाई है अगे ओही लोकी फॉलो करनगे। बस नाम लिख के छड्ड दो, अलीवाल दी बैटल। ठीक है जी, नेक्स्ट इस तो बाद सबराओं दी बैटल। अगेन ये भी तुहानूं लिखण की जरूरत नहीं है, ਇੱਥੇ अगर लिखना चाहते हो तो सिख सिंह तेज सिंह जी ते शाम सिंह जी ते ब्रिटिश ओही अपने ह्यूज गफ आ जाते हैं, हैनरी हार्डिंजे आ जाता है ते हैनरी लॉरेंस आ जाते हैं। ये 3 बंदे इत्थे अपने जिहड़े है ब्रिटिशर्स की अगवाई करते हैं। ठीक है, हुण इहदे विच माड़ी जी गल अगर तुसीं याद रखना चाहो तो तुसीं ये याद रख सकते हो कि इत्थे मतलब सिखां दी एक छोटी जी गलती हो गई, उन्हां तो गद्दारी हो गई, ब्रिटिशर्स वल झुकाव हो गया। ठीक है, ट्रैकरी नूं आपां कहने आ किसी दे नाल गद्दारी करना। ठीक है जी, सो गद्दारी दे कारण जिहड़ी है इस दे विच काफी गिणती दे विच अपने जिहड़े सिख हैगे आ वो मारे गए सीगे। ठीक है, अंग्रेजां ने मतलब पूरी तरह नरसंहार ही कर दिता सीगा। ठीक है, सो अगेन ये बैटल आपां हार गए सी। ठीक है, नेक्स्ट लाहौर। हुण अगली लड़ाई जिहड़ी होई वो लाहौर दी होई ते लाहौर दे विच जदों आपां नूं पता है कि आपां हार गए सीगे तां महाराजा दुलीप सिंह जिहड़े सीगे लाहौर दे रूलर बना दिते गए सीगे। ठीक है, ये मैं तुहानूं माड़ा जिहा समझा दिंनी आ, इत्थे लिख लो स्क्रीन ते। ठीक है, लाहौर दी ट्रीटी दे विच की होया सीगा। हुण देखो अगर आपां देखीए तां अपने पंजाब नूं तां पुराना पंजाब अपना किहो जिहा सीगा, इधरों अपने कोले पाकिस्तान
ਇਹ ਵੀ ਸਾਰਾ ਪੰਜਾਬ ਦਾ ਹਿੱਸਾ ਸੀਗਾ, ਠੀਕ ਹੈ। ਇਧਰੋਂ ਕਸ਼ਮੀਰ ਵਾਲੇ ਸਾਰੇ ਏਰੀਆ, ਹਰਿਆਣਾ, ਹਿਮਾਚਲ ਸਭ ਮਿਲਾ ਕੇ ਇਹ ਆਪਣਾ ਹੁੰਦਾ ਸੀ ਪੰਜਾਬ, ਠੀਕ ਹੈ ਜੀ। ਸੋ ਜਦੋਂ ਇਹ ਲਾਹੌਰ ਦੀ ਜੰਗ ਅੰਗਰੇਜ਼ ਜਿੱਤ ਗਏ ਸੀਗੇ, ਯਾਨੀ ਕਿ ਪਹਿਲੀ ਸਿੱਖ ਵਾਰ ਜਿਹੜੀ ਸੀਗੀ ਐਂਗਲੋ ਸਿੱਖ ਵਾਰ, ਉਹ ਕਿੱਥੇ ਖਤਮ ਹੋਈ? ਲਾਹੌਰ ਦੇ ਵਿੱਚ। ਜਦੋਂ ਜਿੱਤ ਗਏ ਸੀ ਤਾਂ ਉਹਨਾਂ ਨੇ ਮਹਾਰਾਜਾ ਦੁਲੀਪ ਸਿੰਘ ਦੇ ਅੱਗੇ ਜਿਹੜਾ ਹੈਗਾ ਇੱਕ ਪ੍ਰਸਤਾਵ ਰੱਖਿਆ ਕਿ ਲਾਹੌਰ ਦਾ ਰਾਜਾ ਬਣ ਕੇ ਰਹਿਣਾ ਤਾਂ ਦੇਖ ਲਓ, ਨਹੀਂ ਤਾਂ ਤੁਹਾਡੇ ਤੋਂ ਇਹ ਵੀ ਕਿੰਗਡਮ ਗਿਆ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜਾ ਆ ਸੂਬਾ ਇਹ ਲਾਹੌਰ ਸੀਗਾ, ਇਹ ਪੂਰਾ ਦਾ ਪੂਰਾ ਸੂਬਾ ਇਹ ਲਾਹੌਰ ਜਿਹੜਾ ਹੈ ਉਹ ਸਿਰਫ ਇੱਕ ਲਾਹੌਰ ਹਿੱਸਾ ਜਿਹੜਾ ਹੈ ਮਹਾਰਾਜਾ ਦੁਲੀਪ ਸਿੰਘ ਕੋਲੇ ਰਹਿ ਗਿਆ ਸੀਗਾ, ਬਾਕੀ ਸਾਰਾ ਜਿਹੜਾ ਹੈ ਅੰਗਰੇਜ਼ਾਂ ਨੇ ਹਥਿਆ ਲਿਆ ਸੀਗਾ, ਠੀਕ ਹੈ ਜੀ। ਦੂਜੀ ਲੜਾਈ ਤੋਂ ਬਾਅਦ ਆ ਲਾਹੌਰ ਵੀ ਅੰਗਰੇਜ਼ਾਂ ਦੇ ਹੱਥ ਲੱਗ ਜਾਊਗਾ, ਜਿਸ ਦਿਨ ਆਪਾਂ ਕਵਾਂਗੇ ਪੂਰੀ ਤਰ੍ਹਾਂ ਪੰਜਾਬ ਜਿਹੜਾ ਹੈ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਟ੍ਰੀਟੀ ਆਫ ਲਾਹੌਰ ਹੋਈ ਸੀ। ਮਹਾਰਾਜਾ ਦੁਲੀਪ ਸਿੰਘ ਜਿਹੜੇ ਹੈਗੇ ਆ ਇਹ ਸਿਰਫ ਕਿੱਥੋਂ ਦੇ ਰੂਲਰ ਬਣ ਕੇ ਰਹਿ ਗਏ ਸੀਗੇ? ਇਹ ਕਿੰਗ ਬਣ ਕੇ ਰਹਿ ਗਏ ਸੀ ਕੇਵਲ ਲਾਹੌਰ ਤੇ, ਬਾਕੀ ਸਾਰਾ ਪੰਜਾਬ ਜਿਹੜਾ ਹੈ ਅੰਗਰੇਜ਼ਾਂ ਨੂੰ ਮਿਲ ਗਿਆ ਸੀ, ਠੀਕ ਹੈ ਜੀ। ਸੋ ਇਸੇ ਚੀਜ਼ ਨੂੰ ਤੁਸੀਂ ਵਾਪਸ ਇਸ ਚ ਪੜ੍ਹ ਕੇ ਦੇਖੋ ਜਿਹੜਾ ਕਿ ਆਪਾਂ ਲਿਖਿਆ ਹੋਇਆ ਹੈ। ਮਹਾਰਾਜਾ ਦੁਲੀਪ ਸਿੰਘ ਜਿਹੜੇ ਹੈਗੇ ਆ ਉਹ ਸਿਰਫ ਲਾਹੌਰ ਦੇ ਰੂਲਰ ਰਹਿਣਗੇ ਤੇ ਉਹਨਾਂ ਦੀ ਮਦਰ ਜਿਹੜੀ ਹੈ ਜਿੰਦਾ ਕੌਰ, ਉਹ ਜਿਹੜੀ ਸਿਰਫ ਕੀ ਰਹੂਗੀ? ਇੱਕ ਰੀਏਜੈਂਟ ਯਾਨੀ ਕਿ ਗਵਰਨਰ ਬਣ ਕੇ, ਜਾਂ ਤੁਸੀਂ ਕਹਿ ਸਕਦੇ ਹੋ ਰਾਜਪਾਲ ਬਣ ਕੇ ਰਹਿ ਸਕਦੀ ਹੈ, ਠੀਕ ਹੈ ਜੀ। ਮਤਲਬ ਦੇਖ ਰੇਖ ਕਰ ਸਕਦੀ ਹੈ। ਰੀਜ਼ਨ ਇਹ ਹੈ ਬੇਟਾ, ਰੀਏਜੈਂਟ ਉਦੋਂ ਬਣਾਏ ਜਾਂਦੇ ਆ ਜਦੋਂ ਬੱਚਾ ਜਿਹੜਾ ਹੈ, ਜਦੋਂ ਰਾਜਾ ਜਿਹੜਾ ਹੈ ਉਹਦੀ ਉਮਰ ਘੱਟ ਹੈ, ਉਹ ਨਾਬਾਲਿਗ ਹੈ, ਠੀਕ ਹੈ। ਤਾਂ ਰਾਜਾ ਖੁਦ ਵਿਚਾਰਾ 13 ਸਾਲ ਦਾ ਸੀਗਾ, ਉਹ ਕੀ ਤਾਂ ਸੰਭਾਲ ਪਾਉਂਦਾ ਗੱਦੀ ਨੂੰ। ਸੋ ਉਹਦੀ ਮਾਂ ਜਿਹੜੀ ਸੀ ਰੀਏਜੈਂਟ ਬਣਾ ਦਿੱਤੀ ਗਈ ਸੀ, ਲੇਕਿਨ ਉਹਨਾਂ ਦੀ ਮਦਰ ਦੇ ਨਾਲ ਵੀ ਅੰਗਰੇਜ਼ਾਂ ਦੀ ਬਹੁਤ ਚੰਗੀ ਤਰ੍ਹਾਂ ਨਹੀਂ ਬਣੀ ਸੀ। ਤਾਂ ਫਿਊਚਰ ਦੇ ਵਿੱਚ ਆਹੀ ਗੱਲ ਜਿਹੜੀ ਹੈ ਉਹ ਅਗਲਾ ਕਦਮ ਉਠਾਊਗੀ ਆਪਣੀ ਅਗਲੀ ਵਾਰ ਦਾ। ਰੀਜ਼ਨ ਇਹ ਹੈ ਕਿ ਮਹਾਰਾਣੀ ਜਿੰਦਨ ਕੌਰ ਦੇ ਅਗੇਂਸਟ ਜਿਹੜਾ ਹੈ ਅੰਗਰੇਜ਼ ਸਾਜ਼ਿਸ਼ ਦੀ ਮਤਲਬ ਜਿਹੜੇ ਹੈ ਜੁਰਮ ਲਗਾਣਗੇ, ਉਹਨਾਂ ਤੇ ਇਲਜ਼ਾਮ ਲਗਾਣਗੇ, ਜਿਹਦੇ ਕਰਕੇ ਅਗਲਾ ਯੁੱਧ ਛਿੜੇਗਾ, ਠੀਕ ਹੈ। ਸੋ ਪੁਆਇੰਟ ਯਾਦ ਰੱਖਣਾ ਹੈ ਕਿ ਦੁਲੀਪ ਸਿੰਘ ਜਿਹੜੇ ਹੈ ਲਾਹੌਰ ਦੇ ਰਾਜਾ ਬਣਾ ਦਿੱਤੇ ਜਾਣਗੇ ਤੇ ਜਿੰਦਨ ਕੌਰ ਜਿਹੜੀ ਹੈਗੀ ਹੈ ਰੀਏਜੈਂਟ, ਠੀਕ ਹੈ ਜੀ। ਸੋ ਜਲੰਧਰ ਦੁਆਬ ਤੋਂ ਹੀ ਸਿੱਖਾਂ ਨੂੰ ਵਾਪਸ ਮੁੜਨਾ ਪੈ ਗਿਆ ਸੀਗਾ। ਚਲੋ ਇਹ ਗੱਲ ਨਹੀਂ ਲਿਖੋ, ਲੋੜ ਵੀ ਹੈ ਨਹੀਂ, ਬਸ ਥੋੜਾ ਜਿਹਾ ਪੜ੍ਹ ਲਓ, ਠੀਕ ਹੈ। ਸਿੱਖ ਜਿੰਨੇ ਵੀ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਮਤਲਬ ਕਰਜ਼ਾਈ ਹੋ ਗਏ ਸੀ ਅੰਗਰੇਜ਼ਾਂ ਦੇ, ਬਹੁਤ ਜ਼ਿਆਦਾ ਪੈਸੇ ਉਹਨਾਂ ਨੂੰ ਪੇਮੈਂਟ ਕਰਨੀ ਪਈ ਸੀਗੀ, ਠੀਕ ਹੈ ਜੀ। ਤੇ ਸਿੱਖ ਦੀ ਆਰਮੀ ਦੇ ਉੱਤੇ ਇੱਕ ਆਰੋਪ ਵੀ ਲਗਾ ਦਿੱਤਾ ਗਿਆ ਸੀ, ਇੱਕ ਰੋਕਥਾਮ ਲਗਾ ਦਿੱਤੀ ਗਈ ਸੀ ਕਿ ਇੰਨੇ ਤੋਂ ਜ਼ਿਆਦਾ ਲੋਕੀ ਜਿਹੜੇ ਹੈ ਆਰਮੀ 'ਚ ਨਹੀਂ ਹੋ ਪਾਣਗੇ। ਸਿੱਧੀ ਜੀ ਗੱਲ ਹੈ ਯਾਰ, ਅਗਰ ਆਪਣੀ ਆਰਮੀ ਹੋਰ ਜ਼ਿਆਦਾ ਵੱਡੀ ਬਣ ਜਾਂਦੀ ਤਾਂ ਹੋ ਸਕਦਾ ਅਗਲੀ ਐਂਗਲੋ ਸਿੱਖ ਵਾਰ ਆਪਾਂ ਜਿੱਤ ਜਾਂਦੇ, ਲੇਕਿਨ ਇਸ ਟ੍ਰੀਟੀ ਦੇ ਵਿੱਚ ਜਿਹੜਾ ਹੈਗਾ ਇਹੀ ਗੱਲ ਕਹਿ ਦਿੱਤੀ ਗਈ ਸੀ ਕਿ ਜੀ ਆਰਮੀ ਰੱਖਣੀ ਹੀ ਛੋਟੀ ਹੈ ਸਿੱਖਾਂ ਨੇ, ਠੀਕ ਹੈ ਜੀ। ਤੇ ਲਾਸਟ ਕੀ, ਬ੍ਰਿਟਿਸ਼ ਰੈਜ਼ੀਡੈਂਟ ਸਰ ਹੈਨਰੀ ਲਾਰੈਂਸ ਜਿਹੜੇ ਸੀਗੇ ਉਹ ਸਿੱਖਾਂ ਦੇ ਦਰਬਾਰ ਦੇ ਵਿੱਚ ਬਿਠਾ ਦਿੱਤੇ ਗਏ ਸੀਗੇ। ਇਹ ਪੁਆਇੰਟ ਇੰਪੋਰਟੈਂਟ ਰਹੇਗਾ, ਇਹ ਤੁਸੀਂ ਜ਼ਰੂਰ ਨੋਟ ਕਰਨਾ ਕਿ ਕਿਹੜੇ ਬੰਦੇ ਨੂੰ ਜਿਹੜਾ ਹੈ ਬਿਠਾ ਦਿੱਤਾ ਗਿਆ ਸੀਗਾ ਇੱਥੇ ਇਹਨਾਂ ਦੇ ਸਿੱਖਾਂ ਦੇ ਕੋਰਟ ਦੇ ਵਿੱਚ, ਦਰਬਾਰ ਦੇ ਵਿੱਚ। ਯਾਨੀ ਕਿ ਦੁਲੀਪ ਸਿੰਘ ਜਦੋਂ ਆਪਣਾ ਦਰਬਾਰ ਲਗਾ ਕੇ ਬੈਠੇ ਹੁੰਦੇ ਸੀਗੇ ਤਾਂ ਉਸ ਸਮੇਂ ਹੈਨਰੀ ਲਾਰੈਂਸ ਵੀ ਉੱਥੇ ਬੈਠਿਆ ਹੁੰਦਾ ਸੀ, ਤਾਂ ਕਿ ਸਾਰੀਆਂ ਗਤੀਵਿਧੀਆਂ ਨੂੰ ਦੇਖ ਸਕੇ ਕਿ ਕੌਣ ਕੀ ਕਹਿਣਾ ਚਾਹੁੰਦਾ ਹੈ। ਇਹ ਬੜੀਆਂ ਮਤਲਬ ਨੀਤੀਆਂ ਹੁੰਦੀਆਂ ਸੀ, ਇਹ ਪਾਲਿਸੀਜ਼ ਹੁੰਦੀ ਸੀ ਬ੍ਰਿਟਿਸ਼ਰਸ ਦੀ ਕਿ ਕਿਸੇ ਹਿਸਾਬ ਨਾਲ ਵੀ ਜਿਹੜਾ ਹੈਗਾ ਅੰਗਰੇਜ਼ਾਂ ਨੂੰ ਮਤਲਬ ਬਾਕੀ ਸਾਰਿਆਂ ਨੂੰ ਆਪਾਂ ਕੰਮ ਕਰਨ ਹੀ ਨਾ ਦਈਏ, ਆਪਣੇ ਹਿਸਾਬ ਨਾਲ ਚਲਾਈਏ। ਤਾਂ ਤੁਸੀਂ ਆਪ ਦੇਖੋ ਯਾਰ ਕਿ ਜਿਹੜਾ ਮਤਲਬ ਪੂਰੇ ਸੂਬਾ ਲਾਹੌਰ ਦਾ ਰਾਜਾ ਹੈਗਾ, ਉਸ ਰਾਜੇ ਤੋਂ ਇਸ ਸੰਧੀ ਤੇ ਸਾਈਨ ਕਰਾਇਆ ਤਾਂ ਕਿੰਨਾ ਕੁਛ ਉਹਦਾ ਨੁਕਸਾਨ ਹੋਇਆ। ਪੂਰਾ ਪੰਜਾਬ ਗਿਆ, ਕੱਲਾ ਲਾਹੌਰ ਰਹਿ ਗਿਆ, ਠੀਕ ਹੈ। ਜਲੰਧਰ ਦੁਆਬ ਤੋਂ ਅੱਗੇ ਸਿੱਖ ਲੜ ਨਹੀਂ ਸਕਦੇ ਸੀ, ਉਹਨਾਂ ਨੂੰ ਅੱਗੇ ਮੁੜਨਾ ਪਿਆ, ਠੀਕ ਹੈ। ਆਪਣੀ ਸੈਨਾ ਅੱਗੇ ਪਿੱਛੇ ਖਿੱਚਣੀਆਂ ਪਈਆਂ, ਬਹੁਤ ਜ਼ਿਆਦਾ ਟੈਕਸ ਪੇ ਕਰਨਾ ਪਿਆ, ਬਹੁਤ ਜ਼ਿਆਦਾ ਜਿਹੜਾ ਵੀ ਨੁਕਸਾਨ ਹੋਇਆ ਅੰਗਰੇਜ਼ਾਂ ਦਾ ਸਾਰੀ ਭਰਪਾਈ ਸਿੱਖਾਂ ਨੂੰ ਕਰਨੀ ਪੈ ਗਈ, ਠੀਕ ਹੈ। ਤੇ ਸਿੱਖਾਂ ਦੀ ਨੰਬਰ ਜਿਹੜੇ ਹੈ ਆਰਮੀ ਦੇ ਉਹ ਲਿਮਿਟ ਰਹਿਣਗੇ ਤੇ ਇੱਕ ਅੰਗਰੇਜ਼ ਦਾ ਪੁੱਤਰ ਹੋਰ ਬਿਠਾ ਦਿੱਤਾ ਦਰਬਾਰ ਦੇ ਵਿੱਚ, ਠੀਕ ਹੈ ਜੀ। ਸੋ ਇਹਨਾਂ ਸਾਰੀਆਂ ਟ੍ਰੀਟੀ ਦੇ ਉੱਤੇ ਜਿਹੜਾ ਹੈ ਬੜੇ ਹੀ ਚਲਾਕੀ ਨਾਲ ਦੁਲੀਪ ਸਿੰਘ ਜੀ ਤੋਂ ਸਾਈਨ ਕਰਾ ਲਏ ਸੀ। ਛੋਟੇ ਸੀ ਨਾ ਉਮਰ 'ਚ, ਠੀਕ ਹੈ। ਮਜਬੂਰੀ ਸੀ ਮਹਾਰਾਣੀ ਜਿੰਦਨ ਕੌਰ ਦੀ, ਉਹ ਕਹਿੰਦੀ ਲਾਹੌਰ ਵੀ ਚਲਾ ਗਿਆ ਤਾਂ ਕਿੱਥੇ ਰਾਜ ਕਰਾਂਗੇ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਟ੍ਰੀਟੀ ਸਾਈਨ ਹੋਈ ਲਾਹੌਰ ਦੀ, ਤੇ ਲਾਹੌਰ ਦੀ ਟ੍ਰੀਟੀ ਨੇ ਆਪਾਂ ਨੂੰ ਕੀ ਦਿੱਤਾ ਜੀ? ਅਗਲਾ ਇੱਕ ਤਰੀਕਾ ਦਿੱਤਾ ਜਿਸ ਤੋਂ ਬਾਅਦ ਆਪਣੀ ਦੂਸਰੀ ਯੁੱਧ ਛਿੜ ਜਾਏਗਾ। ਸਮਝ ਆਇਆ ਇੱਥੋਂ ਤੱਕ, ਠੀਕ ਹੈ। ਸੋ ਹੈਨਰੀ ਲਾਰੈਂਸ ਦਾ ਨਾਮ ਥੋੜਾ ਜਿਹਾ ਯਾਦ ਰੱਖਣਾ, ਠੀਕ ਹੈ। ਨੈਕਸਟ ਕੁਐਸਚਨ, ਫਿਰ ਰਾਮਨਗਰ ਦੀ ਜਿਹੜੀ ਬੈਟਲ ਹੈਗੀ ਹੈ ਉੱਥੋਂ ਆਪਣੀ ਸ਼ੁਰੂਆਤ ਹੁੰਦੀ ਹੈ ਆਪਣੀ ਐਂਗਲੋ ਸਿੱਖ ਵਾਰ ਦੂਸਰੇ ਨੰਬਰ ਦੀ। ਉੱਥੇ ਲਿਖਿਆ ਨਹੀਂ ਹੋਇਆ ਟਾਈਟਲ ਦੇ ਵਿੱਚ, ਤੁਸੀਂ ਦੇਖ ਲਿਓ। 22 ਨਵੰਬਰ 1848 ਰਾਮਨਗਰ ਦੀ ਲੜਾਈ ਤੋਂ ਜਿਹੜੀ ਹੈਗੀ ਹੈ ਆਪਣੀ ਸਿੱਖਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਦੂਸਰੇ ਨੰਬਰ ਦੀ। ਤਾਂ ਸਿੱਖ ਜਿਹੜੇ ਹੈ ਇਸ ਬੈਟਲ ਨੂੰ ਜਿੱਤ ਜਾਂਦੇ ਆ, ਦੈਟਸ ਵਾਈ ਥੋੜੀ ਜਿਹੀ ਇੰਪੋਰਟੈਂਟ ਰਹੂਗੀ। ਸਿੱਖ ਫੋਰਸਿਸ ਨੂੰ ਲੀਡ ਕਰਨ ਵਾਲੇ ਸੀ ਸ਼ੇਰ ਸਿੰਘ ਆਤਰੀਵਾਲਾ ਅਤੇ ਬ੍ਰਿਟਿਸ਼ ਫੋਰਸਿਸ ਨੂੰ ਲੀਡ ਕਰਨ ਵਾਲੇ ਸੀ ਸਰ
ਉਹੀ ਹਿਊਜ ਗੱਫ, ਇਹ ਫੇਰ ਆ ਗਿਆ ਸੀਗਾ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਰਾਮਨਗਰ ਦੀ ਲੜਾਈ ਤੋਂ ਸੈਕੰਡ ਐਂਗਲੋ ਸਿੱਖ ਵਾਰ ਸਟਾਰਟ ਹੁੰਦੀ ਹੈ। ਤੁਸੀਂ ਟਾਈਟਲ 'ਚ ਲਿਖ ਲਿਓ ਐਂਗਲੋ ਸਿੱਖ ਵਾਰ ਸੈਕੰਡ, ਜ਼ਰੂਰੀ ਹੈ। ਠੀਕ ਹੈ ਜੀ। ਸੋ ਸੈਕੰਡ ਐਂਗਲੋ ਸਿੱਖ ਵਾਰ ਰਾਮਨਗਰ ਦੀ ਲੜਾਈ ਤੋਂ ਸ਼ੁਰੂ ਹੁੰਦੀ ਹੈ। ठीक है बेटा, डन। शेर सिंह अटारी वाला सिख फोर्सिस ਨੂੰ ਲੀਡ ਕਰਦੇ ਹੈ ਤੇ ਹਿਊਜ ਗੱਫ ਜਿਹੜੇ ਹੈ ਅਗੇਨ ਬ੍ਰਿਟਿਸ਼ ਫੋਰਸਿਸ ਨੂੰ ਲੀਡ ਕਰਦੇ ਹੈ। ਠੀਕ ਹੈ ਜੀ। ਸੋ ਇਹ ਥੋੜਾ ਜਿਹਾ ਇੰਪੋਰਟੈਂਟ ਹੈਗਾ, ਇਹਨਾਂ ਦੇ ਨਾਮ ਦੇਖ ਲਿਓ। ਠੀਕ ਹੈ। ਵੈਸੇ ਵੀ ਅਟਾਰੀ ਵਾਲਾ ਬਾਰਡਰ ਜਿਹੜਾ ਹੈਗਾ ਉਹ ਅਟਾਰੀ ਵਾਲਾ ਪਿੰਡ ਦਾ ਨਾਮ ਹੀ ਇਹਨਾਂ ਦੇ ਨਾਮ ਤੋਂ ਹੈਗਾ। ਠੀਕ ਹੈ ਜੀ। ਸੋ ਇਸ ਲਈ ਆਪਾਂ ਨੂੰ ਯਾਦ ਕਰਨਾ ਹੈ। ठीक है जी, लिख लिया सारे ने। चलिए नेक्स्ट पॉइंट है अगली जिहड़ी बैटल होगी सैकेंड मतलब एंग्लो सिख वॉर दे विच चिल्लां वाला की लिखिया होया चिल्लियां वाला दी लड़ाई, चिल्लियां वाला दी लड़ाई। ठीक है। 13 जनवरी नूं शुरू हो जाती है 1849 दे विच। इस टाइम पाकिस्तान दे विच है इलाका। ठीक है। फिलहाल अपने कोले नहीं है। ਇਹਦੇ ਵਿੱਚ अगेन ਉਹੀ शेर सिंह अटारी वाला ਜਿਹੜੇ ਹੈ ਉਹ ਕੰਮ मतलब ਕਰਦੇ ਹੈਗੇ ਹੈ। ਸਰ ਹਿਊਜ ਗੱਫ ਹੈ ਲੇਕਿਨ ਸਿੱਖ ਫੇਰ ਵੀ ਜਿਹੜੀ ਹੈ ਬੈਟਲ ਜਿੱਤ ਜਾਂਦੇ ਹੈ। ਠੀਕ ਹੈ ਜੀ। ਸੋ ਆਪਾਂ 2 ਬੈਟਲਸ ਹਲੇ ਤੱਕ ਜਿੱਤ ਚੁੱਕੇ ਹਾਂ, ਰਾਮਨਗਰ ਦੀ ਤੇ ਚਿੱਲੀਆਂ ਵਾਲਾ ਦੀ। ਠੀਕ ਹੈ। ਰਾਮਨਗਰ ਤੇ ਚਿੱਲੀਆਂ ਵਾਲਾ। ठीक है। अगला देखो बैटल ऑफ मुल्तान 22 जनवरी 1849 ਨੂੰ ਮੁਲਤਾਨ ਦੇ ਵਿੱਚ ਹੋਈ। ਇੱਥੇ ਸਿੱਖ ਫੋਰਸਿਸ ਨੂੰ ਲੀਡ ਕੀਤਾ ਜੀ ਮੂਲ ਰਾਜ ਜੀ ਨੇ। ਠੀਕ ਹੈ। ਤੇ ਬ੍ਰਿਟਿਸ਼ ਫੋਰਸਿਸ ਜਨਰਲ ਵਿਸ਼ ਜਿਹੜੇ ਸੀ ਇੱਥੇ ਆਏ ਸੀਗੇ। ਠੀਕ ਹੈ। ਹੁਣ ਬ੍ਰਿਟਿਸ਼ ਫੋਰਸਿਸ ਇੱਥੇ ਜਿੱਤ ਗਈਆਂ ਤੇ ਮੁਲਤਾਨ ਦੇ ਉੱਤੇ ਕਬਜ਼ਾ ਲੈ ਲਿਆ ਗਿਆ। ਠੀਕ ਹੈ ਜੀ। ਸੋ ਬ੍ਰਿਟਿਸ਼ ਫੋਰਸਿਸ ਇੱਥੇ ਜਿੱਤ ਗਈਆਂ ਸੀ, ਮੁਲਤਾਨ ਸੀਜ਼ ਯਾਨੀ ਕਿ ਕਬਜ਼ਾ ਲੈ ਲਿਆ ਗਿਆ ਸੀਗਾ। ਠੀਕ ਹੈ ਜੀ। ਘੇਰੇ 'ਚ ਲੈ ਲਿਆ ਗਿਆ, ਸੀਜ਼ ਕਰ ਲਿਆ ਗਿਆ। ਠੀਕ ਹੈ। डन। नेक्स्ट बैटल ऑफ गुजरात 21 फरवरी 1849 गुजरात, ये मतलब पाकिस्तान वाले दी गल कर रहे हैं, आप अपने वाले गुजरात दी नहीं। ठीक है जी। अपने गुजरात तक तो हद ही नहीं सी ना अपने पंजाब सूबा लाहौर दी। ठीक है। सो बैटल ऑफ गुजरात जिहड़ी है ये लड़ी गई सी 21 फरवरी 1849 दे विच। सिख फोर्सिस दे विच अगेन शेर सिंह अटारी वाला आ गए सीगे ते ਉਹਦੀ ਬ੍ਰਿਟਿਸ਼ ਦੀ ਫੋਰਸ ਦੇ ਵਿੱਚ ਹਿਊਜ ਗੱਫ ਆ ਗਏ ਸੀਗੇ। ਠੀਕ ਹੈ ਜੀ। ਸੋ ਬ੍ਰਿਟਿਸ਼ ਅਗੇਨ ਇਸ ਬੈਟਲ ਨੂੰ ਜਿੱਤ ਜਾਂਦੇ ਹੈ ਤੇ ਇਸ ਬੈਟਲ ਤੋਂ ਬਾਅਦ ਪੰਜਾਬ ਜਿਹੜਾ ਹੈ ਅੰਗਰੇਜ਼ਾਂ ਦੇ ਅਧੀਨ ਹੋ ਜਾਂਦਾ ਹੈ। ਠੀਕ ਹੈ। ਸੋ ਗੁਜਰਾਤ ਵਾਲੀ ਆਖਰੀ ਬੈਟਲ ਹੈ। ਯਾਦ ਰੱਖਣਾ ਇਹ ਗੁਜਰਾਤ ਇੰਡੀਆ ਦਾ ਗੁਜਰਾਤ ਨਹੀਂ ਹੈ। ਤੁਸੀਂ ਪਾਕਿਸਤਾਨ ਦਾ ਨਾ ਕਦੇ ਮੈਪ ਦੇਖਿਓ, ਇਨਫੈਕਟ ਇੰਡੀਆ ਦਾ ਹੀ ਮੈਪ ਦੇਖਿਓ, ਉੱਥੇ ਲਿਖਿਆ ਹੁੰਦਾ। ਠੀਕ ਹੈ। ਗੁਜਰਾਤ ਵੀ ਦਿਖੂਗਾ ਤੁਹਾਨੂੰ, ਹੈਦਰਾਬਾਦ ਵੀ ਦਿਖੂਗਾ। हैदराबाद तो आप कहने ना अपने इंडिया दे विच हैगा, हैदराबाद पाकिस्तान दे विच भी है। सो मैप देखियो एक बारी। ठीक है। तुहानू मैप दे विच नजर आऊगा कि कुछ नाम जेड़े है सेम है। बेटा नाम सेम होना कोई वड्डी गल नहीं है, क्योंकि अपने ना साउथ इंडिया दे विच भी या नॉर्थ इंडिया दे विच भी कई स्टेटां दे विच कई डिस्ट्रिक्ट्स इहो जे है जिन्हां दे नाम सेम है। कुछ डिस्ट्रिक्ट मतलब जेड़े तुहानू महाराष्ट्र दे विच दिखणगे ਉਹੋ ਜਿਹੇ ਡਿਸਟ੍ਰਿਕਟ ਤੁਹਾਨੂੰ ਕਰਨਾਟਕਾ ਦੇ ਵਿੱਚ ਵੀ ਦਿਖਣਗੇ ਸੇਮ ਨਾਮ ਤੇ। ਸੋ ਉਹ ਕੋਈ ਦਿੱਕਤ ਨਹੀਂ ਹੁੰਦੀ, ਕਿਉਂਕਿ ਕਿਸੇ ਵੀ ਏਰੀਆ ਦਾ ਨਾਮ ਰੱਖਣਾ ਉਹਦੇ ਹਿਸਟੋਰੀਕਲ ਬੈਕਗ੍ਰਾਉਂਡ ਤੇ ਡਿਪੈਂਡ ਕਰਦਾ ਹੈ। ਤਾਂ ਅਗਰ ਹਿਸਟਰੀ ਕਹਿੰਦੀ ਹੈ ਕਿ ਇਸ ਬੰਦੇ ਦਾ ਇਸ ਜਗ੍ਹਾ ਦਾ ਨਾਮ ਇਸ ਹਿਸਾਬ ਨਾਲ ਰੱਖਿਆ ਗਿਆ ਹੈ, ਤਾਂ ਆਪਾਂ ਕਿਸੇ ਦੂਸਰੀ ਸਟੇਟ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਏਰੀਆ ਦਾ ਨਾਮ ਚੇਂਜ ਕਰੋ। ਠੀਕ ਹੈ ਜੀ। ਸੋ ਇਸ ਲਈ ਇਹ ਵਾਲਾ ਗੁਜਰਾਤ ਜਿਹੜਾ ਹੈਗਾ ਤੁਹਾਨੂੰ ਪਾਕਿਸਤਾਨ ਦੇ ਵਿੱਚ ਦਿਖੇਗਾ। ਠੀਕ ਹੈ। ਵੰਡ ਇਸ ਤਰੀਕੇ ਨਾਲ ਹੀ ਆਪਣੀ ਕੀਤੀ ਗਈ ਸੀਗੀ। ਠੀਕ ਹੈ। फिर रन ऑफ कच्छ का एरिया जिहड़ा है वो अपना शुरू हो जाता है तो उत्थों अपना इंडिया वाला गुजरात शुरू हो जाता है। ठीक है जी। सो ये बैटल अंग्रेज जित गए सी ते आखिरी बैटल सी जिस तो बाद पंजाब नूं अनैक्स कर लिया गया सीगा 1849 दे विच। सो पंजाब दी एनेक्सेशन डेट आपां सारे पढ़दे ही हुंदे आ की हैगी है जी 1849। ठीक है। सो ये सीगा अपने पूरे दे पूरे पंजाब दा आपां कह सकते हाँ कि मैਡੀਵਲ हिस्टरी दा इत्थे अंत हुंदा है। ਹੁਣ ਮਹਾਰਾਜਾ ਦੁਲੀਪ ਸਿੰਘ ਦਾ ਕੀ ਬਣਦਾ ਹੈ? ਮਹਾਰਾਜਾ ਦੁਲੀਪ ਸਿੰਘ ਤੋਂ ਸਾਰਾ ਹੀ ਪੰਜਾਬ ਜਿਹੜਾ ਹੈ ਐਕਵਾਇਰ ਕਰ ਲਿਆ ਜਾਂਦਾ ਹੈ। ਮਹਾਰਾਜਾ ਦੁਲੀਪ ਸਿੰਘ ਮਹਾਰਾਣੀ ਨੂੰ ਹੀਰਾ ਗਿਫਟ ਕਰਦੇ ਹੈ ਤੇ ਹਮੇਸ਼ਾ ਲਈ ਕ੍ਰਿਸਚਨ ਧਰਮ ਜੁਆਇਨ ਕਰਕੇ ਇੰਗਲੈਂਡ ਚਲੇ ਜਾਂਦੇ ਹੈ ਤੇ ਇੰਗਲੈਂਡ ਜਾ ਕੇ ਉਹਨਾਂ ਦੀ ਅੰਗਰੇਜ਼ ਪੈਨਸ਼ਨ ਲਗਾ ਦਿੰਦੇ ਹੈ। ਪੈਨਸ਼ਨ ਦੇ ਉੱਤੇ ਉਹ ਜੀ ਰਹੇ ਹੈਗੇ। ਠੀਕ ਹੈ ਜੀ।
सो एक दो पॉइंट्स आपां देख लैंदे आ। पंजाब दा एनेक्सेशन सैकेंड एंग्लो सिख वॉर तो बाद जिहड़ा है 1848 तो 49 च जिहड़ी हुई सी, पंजाब ब्रिटिशर्स दे कंप्लीट कंट्रोल च आ चुकिया हैगा। ठीक है, पंजाब नूं जदों एनैक्स, हुण इंपॉर्टेंट पॉइंट तुसीं लिखने है, जदों पंजाब नूं एनैक्स किया गया सीगा उस टाइम अपने गवर्नर जनरल सीगे लॉर्ड डलहौजी। ठीक है, इन्हां दा नाम ट्रीटी ऑफ लाहौर इन्हां दी साइन हुई सी, माइनर किंग दुलीप सिंह नूं पेंशन कर दिता गया सीगा, इंग्लैंड भेज दिता गया सीगा। जेड़े सर जॉन लॉरेंस सीगे, ठीक है, वो हैनरी लॉरेंस सीगा, ये जॉन लॉरेंस है। ठीक है जी, जॉन लॉरेंस नूं पंजाब दा पहला चीफ कमिश्नर जेड़ा है बना दिता गया सी। ठीक है, ये सारे पॉइंट तुहानूं लिखने हैं। ये ना सिर्फ तुहाडे पंजाब लई इंपॉर्टेंट है, ये तुहाडी ओवरऑल हिस्टरी लई भी इंपॉर्टेंट है। अगर किसी ने पटवारी दा पेपर या कोई होर पेपर भी देना होवे ना, तां ये पॉइंट इंपॉर्टेंट है कि पंजाब किहड़े गवर्नर जनरल दे समय अधीन होया सी, लॉर्ड डलहौजी। ठीक है, डलहौजी बारे आपां जिन्नी गल्लां कहीए ना उन्नियां घट ने। डलहौजी ने रेलवे सिस्टम बना के दिता, पोस्टल सिस्टम बना के दिता, तार पत्र का सिस्टम चलता सी ना, पहला तार आंदे सीगे, सुने कदे पुराने जमाने च तार पत्र हुंदे सीगे। अजकल तो व्हाट्सएप ही सब कुछ हैगा, अजकल तो मैनूं लगदा नहीं कोई चिट्ठियां पोस्ट भी करता होऊगा। पुराने जमाने दे विच ना तार सिस्टम हुंदा सी, ते तार दे उत्ते ना हमेशा दो लाइनां दे विच इंपॉर्टेंट गल लिखनी हुंदी सी। ठीक है, जनरली तार पत्र मनूस खबर देने वास्ते ही मन्ने जांदे सीगे, क्योंकि बस लिखिया हुंदा सीगा कि फलाना टप चुक्या भोग ते आ जियो। ठीक है जी, सो इस तरीके दे नाल तार पत्र सिस्टम इंडिया तो यूरोप तक दियां टैलीग्राफ लाइनां जिहड़ियां है डलहौजी ने जोड़तियां सीगियां। अपने PWD सिस्टम नूं बहुत स्ट्रॉन्ग इहने बनाया सीगा, बहुत वधिया तरीके नाल इस बंदे ने इरीगेशन सिस्टम चलाया सीगा। ठीक है, इस बंदे ने काम बहुत वधिया कीते है अपने देश च आउण तो बाद। सिर्फ एक अद्धा काम इहने माड़ा कीता है, वो की कीता हैगा कि जेड़े भी राजे महाराजे सी उन्हां तो राज किसे ना किसे युक्ति दे नाल खो लेना। तां इस बंदे ने चलाया सी डॉक्टराइन ऑफ लैप्स। माड़ा जिहा इहदे बारे आपां लिख लईए, ये बंदा बहुत जरूरी है। डलहौजी ने चलाया सी डॉक्टराइन ऑफ लैप्स। ਇਹ ਕੀ ਹੁੰਦਾ है ना, ਇਹਨੂੰ ਆਪਾਂ समझ ਲੈਂਦੇ ਆ बेटा। डॉक्टराइन ਦਾ मतलब ਹੁੰਦਾ है कोई भी कानून। ठीक है, ਤੇ इस बंदे ने ਆਪਾਂ ਨੂੰ ਕੀ कानून ਦਿੱਤਾ ਸੀਗਾ, लैप्स यानी कि डिगना, यानी कि फॉल होना। ठीक है जी, कोई भी चीज डिगेगी, की चीज डिगेगी, राज्य डिगेगा, एंपायर डिगेगा, किदा, राजा दा, किंग दा। ठीक है जी, सो इनू माड़ा जा मैं एक बारी समझानी आ, फिर उस तो बाद तुसी इनू वापस नोट कर लियो। डलहौजी ने डॉक्टराइन ऑफ लैप्स दिता, ते डॉक्टराइन ऑफ लैप्स का मतलब की हुंदा है कि जेड़ा गिरेगा, फॉल होएगा, डिगेगा, वो की डिगेगा जी, राजा दा राज डिगेगा। ठीक है, किंग दा राज। ठीक है, क्यों डिगेगा जी? इस बंदे ने कहा सी कि अगर कोई भी किंग है, कोई भी राजा है, अगर एदा उत्तराधिकारी जेड़ा भी एदे गद्दी ते अगे बैठेगा, ओ उत्तराधिकारी अगर एदा सगा बेटा है, ठीक है, सगा बेटा है, फिर तो वह राजगद्दी ते बैठ सकता है। अगर गोद लिया होया बेटा है तो राजगद्दी ते नहीं बैठ सकता। ठीक है जी, सो इस बंदे ने डॉक्टराइन ऑफ लैप्स देके कई एरिया अपने अंडर किए, जिमें कि सतारा, ठीक है, झांसी, झांसी दे विच क्वीन ऑफ झांसी महाराणी लक्ष्मीबाई बारे तुसीं सुनिया होना। लक्ष्मीबाई जिहड़ी है पिठ ते आपदे बच्चे नूं बन के फिर लड़ी सी। ਉਹ ਜਿਹੜਾ पिठ ते बच्चा बन्निया होया सी ना, ਉਹ महाराणी दा गोद लिया होया बेटा सीगा। ਉਹਨਾਂ ਦਾ ਜਿਹੜਾ असली बेटा सीगा दामोदर राव नेवालकर, ਉਹਦੀ ਤਾਂ अंग्रेजां ने बचपन ਦੇ ਵਿੱਚ ਹੀ षडयंत्र रच के मृत्यु करवा ਦਿੱਤੀ ਸੀਗੀ, ਜਿਹਦੇ ਕਰਕੇ ਉਹਦਾ गोद लिया होया बेटा ਜਿਹਨੂੰ ਰਾਜਗੱਦੀ ਤੇ नहीं बैठन दिता जाता सीगा, तां महाराणी युद्ध दे विच उतरी सी। 1857 दी लड़ाई सुनी है ना, उस लड़ाई दे विच ही महाराणी दा बहुत अहम योगदान सीगा। ठीक है जी, सो इस तरीके दे नाल अगर कोई सगा बेटा है तां ओनू राजगद्दी मिल जाएगी, अगर कोई गोद लिया होया बेटा है तो ओनू राजगद्दी नहीं मिलेगी। ठीक है, सिर्फ एक डॉक्टराइन ऑफ लैप्स नूं छड्ड के इस बंदे ने अपने देश च बहुत डेवलपमेंट कीतियां ने। ते अगर बाय चांस तुहानूं पुछ लिया जावे ना कि अपने भारत च सब तो यंग गवर्नर जनरल किहड़ा सी, तां ओह यही सीगा, क्योंकि यह बंदा सिर्फ 36 साल की उम्र दे विच अपने इंडिया च डिप्लॉय कर दिता गया सीगा, ते इहने अपने 5 साल के कार्यकाल दे विच एडे काम करके दिखाए है जिहड़े बाकियां ने कीते नहीं। ठीक है, बस एक इहदी डॉक्टराइन ऑफ लैप्स की जिहड़ी नीति सीगी ना, यही थोड़ी माड़ी सीगी। ठीक है, सो वापस आइए आपां, हाँ कर लो, नोट कर लो, गया होगा, सॉरी। ठीक है, चलो कोई गल नहीं। ठीक है, सो डॉक्टराइन ऑफ लैप्स देख लियो तुसी। ठीक है, वीडियो नू पॉज करके फिर नोट कर लियो। ठीक है, घरे जाके
ਉਹ ਗਲਤੀ ਨਾਲ ਕਲਿੱਕ ਹੋ ਗਿਆ ਤਾਂ ਚਲਾ ਗਿਆ। ਚਲੋ ਸੋ ਪੰਜਾਬ ਨੂੰ ਐਨੈਕਸ ਕੀਤਾ ਗਿਆ ਸੀਗਾ, ਇਹ ਗੱਲ ਆਪਾਂ ਪੜ੍ਹ ਲਈ ਸੀ। ਆ ਲਓ ਜੀ, ਟ੍ਰੀਟੀ ਆਫ ਲਾਹੌਰ ਸਾਈਨ ਹੋਈ, ਮਹਾਰਾਜਾ ਦੁਲੀਪ ਸਿੰਘ ਨੂੰ ਹਮੇਸ਼ਾ ਲਈ ਇੰਗਲੈਂਡ ਭੇਜਤਾ ਪੈਨਸ਼ਨ ਦੇ ਉੱਤੇ, ਤੇ ਸਰ ਜੌਨ ਲਾਰੈਂਸ ਕੌਣ ਬਣਨਗੇ ਜੀ? ਪੰਜਾਬ ਦੇ ਪਹਿਲੇ ਚੀਫ ਕਮਿਸ਼ਨਰ। ਇੱਥੋਂ ਤੱਕ ਗੱਲ ਕਲੀਅਰ ਹੋਈ ਸਾਰਿਆਂ ਨੂੰ? ਠੀਕ ਹੈ। ਸੋ ਹੁਣ ਨਾ ਥੋੜੀ ਗਤੀਵਿਧੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਵਾਰ ਮੈਂ ਇਹਨੂੰ ਬੰਦ ਕਰਦੀ ਹਾਂ ਤੇ ਵਾਪਸ ਆਨੇ ਆਪਾਂ ਆਪਣੇ ਨੋਟ ਤੇ। ਤੁਹਾਡਾ ਜਿਹੜਾ ਐਗਜ਼ਾਮ ਹੁੰਦਾ ਹੈ ਨਾ ਜਨਰਲੀ ਕਾਂਸਟੇਬਲ ਦੇ ਪੇਪਰ 'ਚ ਤਾਂ ਚਲੋ ਪੰਜਾਬ ਜੀਕੇ ਹੀ ਆਂਦਾ ਹੈ, ਹੋਰ ਕੋਈ ਜੀਕੇ ਆਂਦਾ ਨਹੀਂ ਹੈ, ਠੀਕ ਹੈ। ਲੇਕਿਨ ਜਿਹੜਾ ਪਟਵਾਰੀ ਪਟਵੂਰੀ ਦਾ ਪੇਪਰ ਹੁੰਦਾ ਨਾ, ਪਟਵਾਰੀ, ਜੇਲ ਵਾਰਡਰ, ਐਕਸਾਈਜ਼ ਐਂਡ ਟੈਕਸੇਸ਼ਨ, ਇਹਦੇ ਵਿੱਚ ਨਾ ਸਿਲੇਬਸ ਨੂੰ ਅਲੱਗ-ਅਲੱਗ ਦਿੱਤਾ ਗਿਆ ਹੈਗਾ। ਨॉर्मल जीके ਜਿਹੜੀ ਹੈਗੀ ਹੈ ਉਹ ਮੈਨੂੰ ਲੱਗਦਾ ਹੈ ਕਿ 25 ਨੰਬਰਾਂ ਦੀ ਦਿੱਤੀ ਹੈ, 25 ਨੰਬਰਾਂ ਦੀ ਦਿੱਤੀ ਹੈ, ਠੀਕ ਹੈ। ਤੇ 16 ਨੰਬਰਾਂ ਦੀ ਤੁਹਾਡੀ ਕੀ ਬਣਦੀ ਹੈਗੀ ਹੈ? ਪੰਜਾਬ ਜੀਕੇ, ਜਿਹਦੇ ਵਿੱਚ ਸਾਫ਼-ਸਾਫ਼ ਸਿਲੇਬਸ 'ਚ ਮੈਂਸ਼ਨ ਕੀਤਾ ਹੁੰਦਾ ਹੈ ਪੰਜਾਬ ਇਨ 20th ਸੈਂਚੁਰੀ, ਯਾਨੀ ਕਿ 20ਵੀਂ ਸ਼ਤਾਬਦੀ ਦੇ ਵਿੱਚ ਆਪਣੇ ਪੰਜਾਬ ਦੀ ਕੀ ਗਤੀਵਿਧੀ ਸੀ, ਕੀ ਹਾਲਾਤ ਸੀ, ਉਹ ਤਾਂ ਪੇਪਰ ਦੇ ਵਿੱਚ ਆਣਾ ਹੀ ਆਣਾ, ਠੀਕ ਹੈ। ਉਹ ਤਾਂ ਕਿਸੇ ਪਾਸਿਓਂ ਨਹੀਂ ਹਟਣਾ। ਸੋ ਇਹ ਆਪਣਾ ਮਾਡਰਨ ਹਿਸਟਰੀ ਵੀ ਹੈ ਇੱਕ ਤਰੀਕੇ ਨਾਲ ਪੰਜਾਬ ਦਾ, ਤੇ ਪੰਜਾਬ 20th ਸੈਂਚੁਰੀ ਆਪਣੇ ਲਈ ਵੈਸੇ ਵੀ ਜ਼ਰੂਰੀ ਹੈਗਾ, ਠੀਕ ਹੈ ਜੀ। ਸੋ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 20th ਸੈਂਚੁਰੀ ਇਨ ਪੰਜਾਬ, ਲੇਕਿਨ ਉਸ ਤੋਂ ਪਹਿਲਾਂ ਆਪਾਂ ਮਾੜਾ ਜਾ ਅਗੇਨ ਉਹੀ ਪੁਆਇੰਟ ਲਿਖ ਲਈਏ। 1849 ਦੇ ਵਿੱਚ ਪੰਜਾਬ ਅਧੀਨ ਹੋ ਗਿਆ ਸੀ, ਠੀਕ ਹੈ ਜੀ। ਅਗਲਾ ਪੁਆਇੰਟ 1857 ਦੇ ਵਿੱਚ ਰਿਵੋਲਟ ਹੁੰਦਾ ਹੈ, ਯੁੱਧ ਹੁੰਦਾ ਹੈ। ਰਿਵੋਲਟ ਦਾ ਮਤਲਬ ਕੀ ਹੁੰਦਾ ਬੇਟਾ? ਕ੍ਰਾਂਤੀ, ਠੀਕ ਹੈ। ਜਾਂ ਫਿਰ ਤੁਸੀਂ ਕਹਿ ਸਕਦੇ ਹੋ 1857 ਦਾ ਕੀ ਹੁੰਦਾ ਹੈ? ਅੰਦੋਲਨ ਹੁੰਦਾ ਹੈ, ਠੀਕ ਹੈ ਜੀ। ਸੋ ਇੱਕ ਤਰੀਕੇ ਦੀ ਕ੍ਰਾਂਤੀ ਲਿਆਈ ਜਾਂਦੀ ਹੈਗੀ ਹੈ, ਤੇ ਉਹ ਕ੍ਰਾਂਤੀ ਕਿਉਂ ਹੁੰਦੀ ਹੈ ਸ਼ਾਰਟ 'ਚ ਦੱਸਦੀ ਹਾਂ, ਕਿਉਂਕਿ ਇਹ ਤੁਹਾਡੇ ਮਤਲਬ ਮਾਡਰਨ ਹਿਸਟਰੀ ਦਾ ਹਿੱਸਾ ਹੈ, ਪੰਜਾਬ ਦਾ ਨਹੀਂ ਹੈ, ਕਿਉਂਕਿ ਪੰਜਾਬ ਵਾਲਿਆਂ ਨੇ ਇੱਥੇ ਪਾਰਟਿਸਿਪੇਸ਼ਨ ਘੱਟ ਦਿਖਾਇਆ ਸੀ, ਆਲਮੋਸਟ ਦਿਖਾਇਆ ਹੀ ਨਹੀਂ ਸੀਗਾ, ਠੀਕ ਹੈ ਜੀ। ਰੀਜ਼ਨਸ ਕੀ ਹੈ ਆਪਾਂ ਸਮਝ ਲੈਂਦੇ ਆ ਫਾਸਟ ਫਾਰਵਰਡ ਦੇ ਵਿੱਚ। ਆਪਣੇ ਬੇਟਾ ਕੀ ਹੈ ਨਾ, ਮੰਨ ਲਓ ਜੀ ਆ ਇੰਡੀਆ ਹੈ, ਤਾਂ ਇਹ ਵਾਲਾ ਜਿਹੜਾ ਯੁੱਧ ਸੀਗਾ ਨਾ ਉਹ ਅਪਰੋਕਸੀਮੇਟਲੀ ਇੰਨੇ ਕੇ ਏਰੀਆ ਦੇ ਵਿੱਚ ਸੀਗਾ। ਮੱਧ ਪ੍ਰਦੇਸ਼ ਹੋ ਗਿਆ, ਬੰਗਾਲ ਹੋ ਗਿਆ, ਬਿਹਾਰ ਹੋ ਗਿਆ, ਯੂਪੀ, ਛੱਤੀਸਗੜ੍ਹ, ਝਾਰਖੰਡ, ਇਹ ਸਾਰੇ ਏਰੀਆਜ਼, ਕਿਉਂਕਿ ਸਾਰੇ ਨਾ ਕੁੱਲ ਮਿਲਾ ਕੇ ਏਰੀਆ ਇਕੱਠੇ ਹੁੰਦੇ ਸੀਗੇ। ਝਾਰਖੰਡ, ਛੱਤੀਸਗੜ੍ਹ ਇਹ ਕਿਸੇ ਟਾਈਮ ਦੇ ਵਿੱਚ ਆਪਣੇ ਬਿਹਾਰ ਵਗੈਰਾ ਇਹ ਬੰਗਾਲ ਦਾ ਹੀ ਹਿੱਸਾ ਹੋਇਆ ਕਰਦੇ ਸੀ, ਤੇ ਬੰਗਾਲ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਰਾਜਧਾਨੀ ਹੋਇਆ ਕਰਦੀ ਸੀ, ਠੀਕ ਹੈ ਜੀ। ਹੁਣ ਇੱਥੇ ਕਾਫੀ ਸਾਰੇ ਕਾਰਨ ਬਣੇ ਯੁੱਧ ਦੇ, ਕਾਫੀ ਸਾਰੇ ਕਾਰਨਾਂ ਦੇ ਵਿੱਚ ਮੇਨ ਕਾਰਨ ਇਹ ਹੈਗੇ ਆ। ਇੱਕ ਤਾਂ ਆਪਣੇ ਦੇਸ਼ ਦੀ ਇਕਨੋਮੀ ਠੱਪ ਹੋ ਗਈ ਸੀ, ਠੀਕ ਹੈ, ਪੂਰੀ ਤਰ੍ਹਾਂ ਆਪਣੀ ਅਰਥ ਵਿਵਸਥਾ ਦੀ ਧੱਜੀਆਂ ਉੱਡ ਚੁੱਕੀ ਸੀ। ਅੰਗਰੇਜ਼ ਕੀ ਕਰਦੇ ਸੀ? ਰॉ ਮਟੀਰੀਅਲ ਨੂੰ ਸਾਰਾ ਇੰਗਲੈਂਡ ਲੈ ਜਾਂਦੇ ਸੀ, ਉੱਥੋਂ ਆਪਣੀ ਫੈਕਟਰੀਆਂ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ ਬਣਾ ਕੇ, ਜਿਵੇਂ ਕਪਾਹ ਲੈ ਕੇ ਗਏ ਆ ਤਾਂ ਉਹਦੇ ਕੱਪੜੇ ਬਣਾ ਕੇ, ਠੀਕ ਹੈ, ਕੋਈ ਵੀ ਚੀਜ਼ ਬਣਾ ਕੇ ਇੰਡੀਆ 'ਚ ਹੀ ਵਾਪਸ ਲਿਆ ਕੇ ਵੇਚਦੇ ਸੀ, ਉਹ ਵੀ ਮਹਿੰਗੇ ਰੇਟ ਦੇ ਉੱਤੇ। ਰॉ ਮਟੀਰੀਅਲ ਆਪਣਾ ਫ੍ਰੀ 'ਚ ਇਹ ਚੱਕ ਕੇ ਲੈ ਕੇ ਗਏ, ਇਹਨਾਂ ਦੀ ਤਾਂ ਕੱਲੀ ਬਣਾਈ ਦਾ ਹੀ ਖਰਚਾ ਆਇਆ, ਬਣਾਈ ਦਾ ਖਰਚਾ ਲਿਆ ਕੇ ਇੰਡੀਆ 'ਚ ਲਿਆ ਕੇ ਮਹਿੰਗੇ ਰੇਟ ਦੇ ਉੱਤੇ ਵੇਚਦੇ ਸੀ। ਮਤਲਬ ਆਪਣੇ ਰਾਜੇ ਮਹਾਰਾਜਿਆਂ ਦੀ ਵੀ ਇੱਕ ਸਭ ਤੋਂ ਵੱਡੀ ਗਲਤੀ ਪਤਾ ਕੀ ਸੀ? ਕਿ ਆਪਾਂ ਅਟਰੈਕਟ ਹੋ ਜਾਂਦੇ ਸੀ। ਆਪਾਂ ਨੂੰ ਲੱਗਦਾ ਸੀਗਾ ਕਿ ਅੰਗਰੇਜ਼ਾਂ ਦੇ ਵਰਗੇ ਸੋਹਣੇ ਸੋਹਣੇ ਕੱਪੜੇ ਪਾਵਾਂਗੇ ਤਾਂ ਇਹਨਾਂ ਦੇ ਵਰਗੇ ਵਧੀਆ ਦਿਖਾਂਗੇ, ਇਹਨਾਂ ਦੇ ਵਰਗੇ ਸਟਾਈਲਿਸ਼ ਦਿਖਾਂਗੇ, ਇਹਨਾਂ ਦੀ ਸਾਬਣਾ ਲਾ ਲਾਂਗੇ ਤਾਂ ਆਪਾਂ ਗੋਰੇ ਚਿੱਟੇ ਹੋ ਜਾਾਂਗੇ, ਸ਼ੈਂਪੂ ਲਾ ਲਾਂਗੇ ਤਾਂ ਬਾਲ ਰੇਸ਼ਮੀ ਹੋ ਜਾਣਗੇ, ਠੀਕ ਹੈ। ਇਹ ਆਪਣੀ ਗਲਤੀ ਸੀਗੀ, ਜਿਹਦੇ ਕਰਕੇ ਆਪਣੇ ਹੱਥੋਂ ਕੰਮ ਕਰਨ ਵਾਲੇ ਜਿੰਨੇ ਵੀ ਲੋਕਲ ਆਰਟੀਜ਼ਨ ਸੀ ਨਾ, ਉਹਨਾਂ ਦਾ ਵਿਚਾਰਿਆਂ ਦਾ ਧੰਦਾ ਚੌਪਟ ਹੋ ਗਿਆ। ਜਿਹੜੇ ਹੱਥਾਂ ਨਾਲ ਕਮਾਈ ਕਰਦੇ ਸੀ ਆਪਣੀ, ਕਦੇ ਕਾਲੀਨ ਬਣਾ ਲਿਆ, ਕਦੇ ਕੱਪੜੇ ਬੁਣ ਲਏ, ਇਹ ਸਾਰਾ ਕੰਮ ਖਤਮ ਹੋ ਗਿਆ। ਮਸ਼ੀਨੀ ਯੁੱਗ ਨੇ ਸਭ ਤਬਾਹ ਕਰ ਦਿੱਤਾ। ਤਾਂ ਵਿਚਾਰੇ ਅੰਗਰੇਜ਼ਾਂ ਦੇ ਵਿਚਾਰੇ ਆਪਣੇ ਇੰਡੀਅਨਸ ਦੇ ਕੋਲੇ ਰੋਜੀ ਰੋਟੀ ਕਮਾਉਣ ਦਾ ਕੋਈ ਹੋਰ ਜਰੀਆ ਹੀ ਨਹੀਂ ਸੀਗਾ। ਇਹਨਾਂ ਦੇ ਕੋਲੇ ਅੰਗਰੇਜ਼ਾਂ ਦੀ ਨੌਕਰੀ ਕਰਨ ਤੋਂ, ਗੁਲਾਮੀ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ। ਸੋ ਇਹ ਵਿਚਾਰੇ ਅੰਗਰੇਜ਼ਾਂ ਦੇ ਕੋਲੇ ਨਾ ਸਰਕਾਰੀ ਨੌਕਰੀ ਨਿਕਲਦੀ ਸੀ ਸਿਪਾਹੀ ਦੀ, ਠੀਕ ਹੈ, ਸਿਪਾਹੀ ਦੇ ਰੈਂਕ ਤੇ ਭਰਤੀ ਹੋ ਜਾਂਦੇ ਸੀ, ਠੀਕ ਹੈ ਜੀ। ਹੋਰ ਕਾਰਨ ਸੁਣ ਸਕਦੇ ਹੋ, ਆਪਣੀ ਸੋਸਾਇਟੀ ਦੇ ਵਿੱਚ ਦਖਲ ਅੰਦਾਜ਼ੀ ਦੇਣਾ ਅੰਗਰੇਜ਼ਾਂ ਦੇ ਵੱਲੋਂ, ਠੀਕ ਹੈ, ਜਿਵੇਂ ਸਤੀ ਪ੍ਰਥਾ ਖਤਮ ਕਰਨਾ। ਦੇਖੋ ਸਤੀ ਪ੍ਰਥਾ ਖਤਮ ਕਰਨਾ ਇੱਕ ਬਹੁਤ ਚੰਗੀ ਗੱਲ ਹੈ। ਸਤੀ ਕੀ ਹੁੰਦਾ ਹੈ? ਪੁਰਾਣੇ ਜ਼ਮਾਨੇ 'ਚ ਜਦੋਂ ਕਿਸੇ ਲੇਡੀ ਦਾ ਪਤੀ ਮਰ ਜਾਂਦਾ ਸੀ ਨਾ, ਤਾਂ ਉਸ ਲੇਡੀ ਨੂੰ, ਉਸ ਜਿੰਦਾ ਲੇਡੀ ਨੂੰ ਪਤੀ ਦੀ ਚਿਤਾ ਦੇ ਉੱਤੇ ਪਾ ਦਿੱਤਾ ਜਾਂਦਾ ਸੀ, ਉਹਨੂੰ ਜਿੰਦਾ ਜਲਾਉਣ ਵਾਸਤੇ। ਇਹ ਹੁੰਦੀ ਸੀ ਸਤੀ ਪ੍ਰਥਾ। ਚਲੋ ਅੰਗਰੇਜ਼ਾਂ ਨੇ ਇਹ ਕੰਮ ਤਾਂ ਚੰਗਾ ਕੀਤਾ ਕਿ ਸਤੀ ਪ੍ਰਥਾ ਖਤਮ ਕੀਤਾ, ਵਿਮਨ ਐਜੂਕੇਸ਼ਨ ਨੂੰ ਸਪੋਰਟ ਕੀਤਾ, ਵਿਮਨ ਵਾਸਤੇ ਮੈਡੀਕਲ ਕਾਲਜ ਖੋਲੇ, ਹਾਇਰ ਐਜੂਕੇਸ਼ਨ ਵਾਸਤੇ ਉਹਨਾਂ ਨੇ ਸਟੱਡੀ ਵਾਸਤੇ
ਪ੍ਰਮੋਟ ਕੀਤਾ। ਲੇਕਿਨ ਜਿਹੜੇ ਆਪਣੇ ਰੂੜੀਵਾਦੀ ਲੋਕੀ ਸੀ ਉਹਨਾਂ ਨੇ ਕੀ ਸੋਚ ਲਿਆ ਕਿ ਅੰਗਰੇਜ਼ ਸਾਡੇ ਸੋਸਾਇਟੀ ਤੇ ਰਿਲੀਜਨ ਦੇ ਵਿੱਚ, ਧਰਮ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੈ, ਜਿਹਦੇ ਕਰਕੇ ਉਹਨਾਂ ਨੇ ਇਹ ਚੀਜ਼ਾਂ ਐਕਸੈਪਟ ਨਹੀਂ ਕੀਤੀਆਂ। ਠੀਕ ਹੈ, ਇਹ ਕੁਝ ਕਾਰਨ ਬਣੇ। ਸਭ ਤੋਂ ਮੇਨ ਜਿਹੜਾ ਇਮੀਡੀਏਟ ਕਾਰਨ ਜਿਹੜਾ ਸੀਗਾ ਇਸ ਯੁੱਧ ਦਾ, ਉਹ ਸੀਗੇ ਜੀ ਐਨਫੀਲਡ ਰਾਈਫਲਸ। ਉਹਨਾਂ ਰਾਈਫਲਸ ਦੇ ਵਿੱਚ ਕਾਰਤੂਸ ਜਿਹੜਾ ਹੁੰਦਾ ਸੀਗਾ ਉਹ ਭਰਨਾ ਹੁੰਦਾ ਸੀ। ਐਨਫੀਲਡ ਦਾ ਮਤਲਬ ਹੁੰਦਾ ਲੋਡ ਕਰਕੇ ਭਰਨਾ। ਹੁਣ ਲੋਡ ਕਰਕੇ ਉਹ ਕਾਰਤੂਸ ਭਰੇ ਜਾਂਦੇ ਸੀ ਤੇ ਕਾਰਤੂਸ ਨੂੰ ਸਾਲੋ ਸਾਲ ਅਗਰ ਤੁਸੀਂ ਮੇਨਟੇਨ ਕਰਨਾ ਹੈ, ਚਲਾਣਾ ਹੈ, ਤੇ ਉਹਦੇ ਉੱਤੇ ਬੇਟਾ ਗਰੀਸ ਲਗਾਣੀ ਪੈਂਦੀ ਹੈ। ਕੋਈ ਵੀ ਮਸ਼ੀਨਰੀ ਹੈ ਨਾ, ਉਹਨੂੰ ਚਲਾਣਾ ਹੈ ਤਾਂ ਉਹਨੂੰ ਗਰੀਸ ਤਾਂ ਦੇਣੀ ਪਊਗੀ। ਠੀਕ ਹੈ, ਤਾਂ ਉਹ ਜਿਹੜੀ ਗਰੀਸ ਲਗਾਈ ਜਾਂਦੀ ਸੀ, ਉਹ ਇਹ ਅਫਵਾਹ ਫੈਲ ਗਈ ਕਿ ਉਹ ਗਰੀਸ ਦੇ ਵਿੱਚ ਜਿਹੜਾ ਤੇਲ ਇਸਤੇਮਾਲ ਕਰਦੇ ਆ ਨਾ, ਉਹ ਗਾਂ ਅਤੇ ਸੂਅਰ ਦੀ ਚਰਬੀ ਦਾ ਤੇਲ ਹੈ, ਜਿਹਦੇ ਕਰਕੇ ਹੁਣ ਉਹਨੂੰ ਮੂੰਹ ਤੋਂ ਤੋੜ ਕੇ ਹੀ ਜਿਹੜਾ ਹੈਗਾ ਆਪਾਂ ਲੋਡ ਕਰ ਸਕਦੇ ਸੀ। ਇਹ ਅਫਵਾਹ ਇਹੋ ਜਿਹੀ ਫੈਲੀ ਕਿ ਮੰਗਲ ਪਾਂਡੇ ਜਿਹੜੇ ਸੀਗੇ ਉਹ 34th ਨੇਟਿਵ ਇਨਫੈਂਟਰੀ ਬੈਰਕਪੁਰ ਦੇ ਵਿੱਚ ਸੀਗੇ, ਤੇ ਬੈਰਕਪੁਰ ਪੈਂਦਾ ਸੀ ਬੰਗਾਲ ਦੇ ਵਿੱਚ। ਠੀਕ ਹੈ, ਬੰਗਾਲ ਦੇ ਵਿੱਚ ਸੀ। ਇਹ ਗੱਲ ਸੁਣਦਿਆਂ ਹੀ ਮੰਗਲ ਪਾਂਡੇ ਜਿਹੜੇ ਸੀ, ਮਤਲਬ ਜਨੇਊਧਾਰੀ ਬ੍ਰਾਹਮਣ ਸੀਗੇ, ਠੀਕ ਹੈ, ਹਿੰਦੂ ਮੁਸਲਮਾਨ ਦੋਨੇ ਸੈਂਟੀਮੈਂਟ ਹਰਟ ਹੋ ਗਏ, ਕਿਉਂਕਿ ਹਿੰਦੂਆਂ ਦੇ ਵਿੱਚ ਗਊ ਮਾਤਾ ਬਹੁਤ ਜ਼ਿਆਦਾ ਮਤਲਬ ਮਹਾਨ ਹੈਗੀ ਹੈ, ਉਹਦੀ ਹੱਤਿਆ ਹੋਈ ਅਗਰ ਉਹਦੀ ਚਰਬੀ ਦਾ ਤੇਲ ਕੱਢਣਾ ਤਾਂ। ਸੂਅਰ ਜਿਹੜਾ ਹੈਗਾ, ਪਿਗ ਜਿਹੜਾ ਹੈ, ਮੁਸਲਿਮ ਧਰਮ ਵਾਸਤੇ ਜਿਹੜਾ ਹੈਗਾ ਇੱਕ ਤਰੀਕੇ ਨਾਲ ਉਹਨੂੰ ਟੱਚ ਕਰਨਾ, ਉਹਨੂੰ ਦੇਖਣਾ ਜਾਂ ਉਹਦਾ ਮਾंस ਖਾਣਾ ਸ਼ਰਾਪ ਮੰਨਿਆ ਜਾਂਦਾ ਹੈ, ਬੁਰਾ ਮੰਨਿਆ ਜਾਂਦਾ ਹੈ। ਸੋ ਹਿੰਦੂ ਮੁਸਲਿਮ ਦੋਨੋਂ ਹੀ ਸੈਂਟੀਮੈਂਟ ਹਰਟ ਹੋਏ ਤੇ ਇਹਨਾਂ ਸਾਰਿਆਂ ਨੇ ਜਿਹੜੀ ਹੈ ਬਗਾਵਤ ਛੇੜਤੀ ਅੰਗਰੇਜ਼ਾਂ ਦੇ ਖਿਲਾਫ। ਠੀਕ ਹੈ, ਮੰਗਲ ਪਾਂਡੇ ਜੀ ਨੇ ਸਵੇਰੇ ਸਵੇਰੇ ਆਪਣੀ ਮਾਰਨਿੰਗ ਪਰੇਡ ਦੇ ਵਿੱਚ ਆਪਣੇ ਸੀਨੀਅਰ ਆਫੀਸਰਸ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਨੂੰ ਤਾਂ ਹੋ ਗਈ ਫਾਂਸੀ। ਲੇਕਿਨ ਜਿੰਨੇ ਵੀ ਆਪਣੇ ਇੰਡੀਅਨ ਸਿਪਾਹੀ ਸੀ ਜਿਹੜੇ ਅੰਗਰੇਜ਼ਾਂ ਦੀ ਨੌਕਰੀ ਕਰਦੇ ਸੀ, ਉਹਨਾਂ ਸਾਰਿਆਂ ਨੇ ਇਹ ਸਾਰਾ ਦਾ ਸਾਰਾ ਸੰਗਰਾਮ ਛੇੜ ਲਿਆ। ਤਾਂ ਇਸ ਰਿਵੋਲਟ ਦੇ ਵਿੱਚ ਬਹੁਤ ਲੋਕਾਂ ਦਾ ਸਾਥ ਮੰਗਿਆ ਗਿਆ, ਤਾਂ ਬਹੁਤ ਲੋਕਾਂ ਨੇ ਸਾਥ ਵੀ ਦਿੱਤਾ, ਜਿਵੇਂ ਕਿ ਲਖਨਊ ਤੋਂ ਬੇਗਮ ਹਜ਼ਰਤ ਮਹਿਲ। ਠੀਕ ਹੈ, ਕਸ਼ਮੀਰ ਦੇ ਵਿੱਚ ਰਾਣੀ ਦੀਦਾ ਹੁੰਦੀ ਸੀ, ਦੀਦਾ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਆਪਣੇ ਤਾਂਤਿਆ ਟੋਪੇ ਸਾਹਿਬ ਕਾਨਪੁਰ ਤੋਂ ਇਹ ਆਏ ਸੀਗੇ। ਠੀਕ ਹੈ ਜੀ, ਰਾਏ ਬਰੇਲੀ, ਲਖਨਊ, ਸਾਰੇ ਏਰੀਆਜ਼ ਤੋਂ, ਝਾਂਸੀ ਤੋਂ ਮਹਾਰਾਣੀ ਲక్ష్ਮੀਬਾਈ, ਤਾਂ ਕਿਸੇ ਨਾ ਕਿਸੇ ਨੇ, ਹਰ ਕਿਸੇ ਨੇ ਸਾਥ ਦਿੱਤਾ। ਤੇ ਇਹ ਸਾਰੇ ਦਿੱਲੀ ਦੇ ਵਿੱਚ ਆਏ ਸੀ ਮਦਦ ਮੰਗਣ ਵਾਸਤੇ ਆਪਣੇ ਬਹਾਦਰ ਸ਼ਾਹ ਜ਼ਫਰ, ਜਿਹੜੇ ਕਿ ਆਖਰੀ ਮੁਗਲ ਰੂਲਰ ਸੀਗੇ। ਤਾਂ ਆਖਰੀ ਮੁਗਲ ਰੂਲਰ ਬਹਾਦਰ ਸ਼ਾਹ ਜ਼ਫਰ ਨੇ ਮਤਲਬ ਮਦਦ ਕਰਨ ਦਾ ਐਲਾਨ ਕਰ ਦਿੱਤਾ। ਤੇ ਉਹਨਾਂ, ਹੁਣ ਉਹ 82 ਸਾਲ ਦਾ ਬੁੱਢਾ ਸੀ, ਉਹ ਕੀ ਲੜੂਗਾ ਵਿਚਾਰਾ। ਉਹਨਾਂ ਦੇ ਬਿਹਾਫ ਤੇ ਲੜਿਆ ਸੀਗਾ ਉਹਦਾ ਜਨਰਲ, ਜਿਹਦਾ ਨਾਮ ਸੀਗਾ ਬਖਤ ਖਾਨ। ਇਹ ਸਾਰੇ ਲੜੇ ਸੀਗੇ। ਸੋ ਘਮਾਸਾਨ ਯੁੱਧ ਹੋਇਆ। ਜਦੋਂ ਪੰਜਾਬ ਤੋਂ ਮਦਦ ਮੰਗੀ ਤਾਂ ਪੰਜਾਬ ਦੇ ਵਿੱਚ ਅੱਧੇ ਤੋਂ ਵੱਧ ਲੋਕਾਂ ਨੇ ਤਾਂ ਮੁਕਰ ਗਏ, ਨਾ ਕਰਤਾ। ਸਪੈਸ਼ਲੀ ਸਿੱਖਾਂ ਦਾ ਤੇ ਮੁਗਲਾਂ ਦਾ ਜਿਹੜਾ ਇਤਿਹਾਸ ਹੈ ਨਾ, ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਕਿਉਂ ਮੁਗਲਾਂ ਦੀ ਮਦਦ ਕਰੀਏ। ਅਗਰ ਮੁਗਲ ਉਸ 'ਚ ਪਾਰਟਿਸਿਪੇਟ ਨਾ ਕਰਦੇ ਤਾਂ ਹੋ ਸਕਦਾ ਹੈ ਆਪਣੇ ਪੰਜਾਬ ਵੱਲੋਂ ਵੀ ਲੋਕੀ ਪਾਰਟਿਸਿਪੇਟ ਕਰਦੇ। ਸੋ ਪਾਰਟਿਸਿਪੇਸ਼ਨ ਹੋਇਆ ਸੀ, ਲੇਕਿਨ ਆਪਾਂ ਕਵਾਂਗੇ ਜੀ ਨਾ ਮਾਤਰ ਹੀ ਹੋਇਆ ਸੀ। ਸੋ ਪੰਜਾਬ ਵੱਲੋਂ ਕੁਝ ਖਾਸ ਨਹੀਂ ਹੋਇਆ। ਲੇਕਿਨ ਇਸ ਯੁੱਧ ਦੇ ਵਿੱਚ ਆਪਾਂ ਪੰਜਾਬ ਨੂੰ ਕਿਉਂ ਪੜ ਰਹੇ ਹਾਂ, ਕਿਉਂਕਿ 1857 ਤੋਂ ਬਾਅਦ ਜਿਹੜੇ ਉਹ ਆਪਣੇ ਚੀਫ ਕਮਿਸ਼ਨਰ ਸੀ ਨਾ, ਜਿਨ੍ਹਾਂ ਦਾ ਨਾਮ ਪੜਿਆ ਸੀ ਲਾਰੈਂਸ, ਜੌਨ ਲਾਰੈਂਸ, ਪਹਿਲੇ ਚੀਫ ਕਮਿਸ਼ਨਰ, ਉਹਨਾਂ ਨੂੰ ਹਟਾ ਕੇ ਮਤਲਬ ਉਹਨਾਂ ਦੀ ਪੋਜੀਸ਼ਨ ਦਾ ਨਾਮ ਬਦਲ ਦਿੱਤਾ ਗਿਆ ਸੀਗਾ। ਇਹ ਪਹਿਲੇ ਚੀਫ ਕਮਿਸ਼ਨਰ ਸੀ, ਇਹੀ ਪੜਿਆ ਆਪਾਂ, ਲਿਖਿਆ ਤੁਸੀਂ। ਇਹਨਾਂ ਦੀ ਪੋਜੀਸ਼ਨ ਬਦਲ ਦਿੱਤੀ ਗਈ ਤਾਂ ਚੀਫ ਕਮਿਸ਼ਨਰ ਤੋਂ ਹਟਾ ਕੇ ਇਹਨਾਂ ਨੂੰ ਪੰਜਾਬ ਦਾ ਕੀ ਬਣਾ ਦਿੱਤਾ ਗਿਆ ਸੀਗਾ ਜੀ, ਲੈਫਟੀਨੈਂਟ ਗਵਰਨਰ। ਠੀਕ ਹੈ, ਸੋ ਇਹ ਸਵਾਲ ਪੇਪਰ 'ਚ ਕਈ ਵਾਰੀ ਪੁੱਛਿਆ ਜਾ ਸਕਦਾ ਹੈਗਾ ਤੇ ਤੁਸੀਂ ਨੋਟ ਕਰਕੇ ਰੱਖਣਾ ਹੈ। ਪੰਜਾਬ ਦੇ ਪਹਿਲੇ ਲੈਫਟੀਨੈਂਟ ਗਵਰਨਰ 1857 ਦੀ ਲੜਾਈ ਤੋਂ ਬਾਅਦ ਬਣੇ ਸੀਗੇ, ਜਿਨ੍ਹਾਂ ਦਾ ਨਾਮ ਸੀਗਾ ਸਰ ਜੌਨ ਲਾਰੈਂਸ। 1859 ਦੇ ਵਿੱਚ ਇਹ ਪੰਜਾਬ ਦੇ ਉੱਤੇ ਕੰਟਰੋਲ ਕਰਨ 'ਚ ਕਾਮਯਾਬ ਹੋ ਗਏ ਸੀ। ਤਾਂ ਪੂਰਾ ਦਾ ਪੂਰਾ ਲੈਫਟੀਨੈਂਟ ਗਵਰਨਰਸ਼ਿਪ ਜਿਹੜੀ ਹੈ ਇਹਨਾਂ ਨੂੰ ਦੇ ਦਿੱਤੀ ਗਈ ਸੀ। ਠੀਕ ਹੈ ਜੀ। ਸੋ 1857 ਦੇ ਵਿੱਚ ਬੇਸ਼ੱਕ ਆਪਾਂ ਇਸ ਕ੍ਰਾਂਤੀ ਦੇ ਵਿੱਚ ਆਪਣਾ ਕੋਈ ਜ਼ਿਆਦਾ ਸਹਿਯੋਗ ਨਹੀਂ ਦਿੱਤਾ, ਲੇਕਿਨ ਆਪਣੇ ਪੰਜਾਬ 'ਚ ਜੋ ਬਦਲਾਵ ਆਏ ਸੀ ਉਹ ਬਦਲਾਵ ਜ਼ਰੂਰੀ ਸੀਗੇ ਆਪਾਂ ਨੂੰ ਯਾਦ ਕਰਨੇ। ਠੀਕ ਹੈ ਜੀ, ਸੋ ਆਪਾਂ ਦੇਖਿਆ। ਹੁਣ ਆਪਾਂ ਜਦੋਂ ਇਹ ਬੇਸਿਕ ਕੰਪਲੀਟ ਹੋ ਚੁੱਕਿਆ, ਹੁਣ ਆਪਾਂ ਕਰਾਂਗੇ 20th ਸੈਂਚੁਰੀ ਪੰਜਾਬ। ਠੀਕ ਹੈ, ਹੁਣ 20th ਸੈਂਚੁਰੀ ਦਾ ਨਾ ਪਹਿਲਾਂ ਆਪਾਂ ਮਤਲਬ ਸਮਝ ਲੈਂਦੇ ਆ ਕੀ ਹੁੰਦਾ ਹੈ। ਬੇਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸ਼ਤਾਬਦੀ ਹੁੰਦੀ ਹੈ ਯਾਨੀ ਕਿ ਸੈਂਚੁਰੀ ਹੁੰਦੀ ਹੈ, ਉਹ ਹਮੇਸ਼ਾ ਬੈਕ ਗੇਅਰ 'ਚ ਚੱਲਦੀ ਹੈ। ਅਗਰ ਮੈਂ 20th ਸ਼ਤਾਬਦੀ ਦੀ ਗੱਲ ਕਰ ਰਹੀ ਹਾਂ ਤਾਂ ਮਤਲਬ 1900 ਤੋਂ ਲੈ ਕੇ 1999 ਤੱਕ ਦੇ ਸਫ਼ਰ ਦੀ ਗੱਲ ਕਰ ਰਹੀ ਹਾਂ। ਅਗਰ ਮੈਂ 19ਵੀਂ ਸ਼ਤਾਬਦੀ ਦੀ ਗੱਲ ਕਰਦੀ ਤਾਂ ਮੈਂ 1800 ਤੋਂ ਲੈ ਕੇ 1899 ਤੱਕ ਦੀ ਗੱਲ ਕਰਦੀ। ਤਾਂ ਸ਼ਤਾਬਦੀ ਕਹੀ ਅੱਗੇ ਵਾਲੀ ਜਾਂਦੀ ਹੈ, ਲੇਕਿਨ ਸਾਲ ਹਮੇਸ਼ਾ ਪਿਛਲਾ ਚੱਲਦਾ ਹੁੰਦਾ ਹੈ। ਠੀਕ ਹੈ, ਹੁਣ ਇਸ ਟਾਈਮ ਆਪਣਾ 2023 ਚੱਲ ਰਿਹਾ ਹੈ। ਠੀਕ ਹੈ ਜੀ, ਆਪਾਂ ਕਿੰਨਵੀਂ ਸ਼ਤਾਬਦੀ 'ਚ ਜੀ ਰਹੇ ਹਾਂ?
21ਵੀਂ शताब्दी च, क्योंकि जदों भी अपना 2000 वाला खत्म होएगा 21 वाला शुरू होएगा तो अपन 22वीं शताब्दी च शिफ्ट हो जाएंगे। ठीक है जी। सो 2000 तो लैके 2099 तक आप 21वीं शताब्दी च ही रवांगे। ते मैनू नहीं लगता अपने चो कोई भी उस टाइम तक इस दुनिया ते होगा, एडे चिरंजीवी आप नहीं हैगे आ। ठीक है जी। सो तुहाडे जेड़े पोते पड़पोते वो होणगे, वो उस समय नू देखणगे। ठीक है जी। चलो इत्थों तक समझ आया? डन। चलो सो हुण आपां शुरू करते हैं 20th सेंचुरी पंजाब। सो 20th सेंचुरी पंजाब दे इंपॉर्टेंट जेड़े सफर है वो तय करते हैं। सब तो पहला तो आप शुरू करते हैं 1900 तो। 1900 दे विच की होया सीगा, पंजाब लैंड रिफॉर्म्स बनाए गए सीगे। पंजाब लैंड एलियनेशन की हुंदा मैं समझानी है, बस एक बारी लिख लो। एलियनेशन एक्ट आया सी। अते 1906 दे विच पंजाब कोलोनाइजेशन बिल आया सी। हुण पंजाब लैंड एलियनेशन एक्ट ते कोलोनाइजेशन बिल की हुंदा है ये समझते हैं। देखो पंजाब लैंड का मतलब की है पंजाब की धरती, पंजाब की जमीन। ठीक है। पंजाब की जमीन उत्ते एलियन, एलियन आपां किहनूं कहंदे आ? हाँ बिल्कुल, जरूरी नहीं है कि एलियन तुसी ओनू ही कहना जेड़े दूसरे ग्रह तो आएंगे। ठीक है जी। जादू नू नहीं कहना हमेशा एलियन। ठीक है। एलियन वो हुंदा है जेड़ा दूसरे दुनिया तो आया हुंदा है, ते दूसरी दुनिया अपने वास्ते अपना दूसरा देश है। कोई बंदा अगर बाहरों आंदा है तो अपना एलियन ही है। ठीक है जी। सो अपने संविधान दे विच ना फ्रेंड एलियन ते एनिमी एलियन लिखिया हुंदा है। जिवें पाकिस्तान नू एनिमी एलियन च लैके चलांगे आपां। ठीक है। अपना यूएसए है, कैनेडा है, ब्रिटेन है, इन्हां नू आपां फ्रेंड एलियन च लैके चलांगे। ठीक है जी। एवें हुंदा है। सो एलियन मतलब जेड़े अंग्रेज यानी कि ब्रिटिश अपने देश दे विच आए सीगे, इन्हां ने राज करना शुरू कर दिता सीगा। इस ब्रिटिश राज दे विच इन्हां ने पंजाब दे जमीनी अधिकार अपने कब्जे च ले ले सी। हुण पंजाब दी जमीन देखो खेतीबाड़ी वास्ते बेस्ट है। ठीक है जी। सब तो ज्यादा आप अपनी रोटी पानी का गुजारा खेतीबाड़ी ते ही कर रहे सीगे। ठीक है जी। चलो अज दी अलग गल है, अज तो आप होर सैक्टर्स दे विच नौकरी कर रहे हैगे आ, खेतीबाड़ी च कोई जाना नहीं चाहता। ठीक है। लेकिन पुराने समय च तो इन्ने पढ़े लिखे नहीं सी ना जी, खेतीबाड़ी ही करनी आती सी। उस खेती का अधिकार भी अंग्रेजां ने आपदे हिसाब नाल रख लिया सी कि असीं दसांगे किहड़ी फसल तुसीं उगाणी है, कदों बीजनी है, कदों उहदी वाढी करनी है। हुण इह आपां नूं दसणगे कि की खेती करनी है। ठीक है जी। सो इन्हां ने दसना शुरू किया। दूजा पंजाब कोलोनाइजेशन बिल। कोलोनाइज करन दा मतलब की हुंदा है बेटा, किसी एरिया ते अपना पूरा दा पूरा अधिपत्य हासिल कर लेना, अपनियां छावनियां बना देनियां। ठीक है। जिवें अलग अलग देशां दे उत्ते अलग अलग तरीके नाल छावनियां बनियां होईयां सी अंग्रेजां दी, इधर भी अपने कोले कोलोनाइजेशन यानी कि पंजाब दे विच कॉलोनियां बननियां शुरू हो गईयां सी अंग्रेजां दी। हुण एक कॉलोनी दा मतलब ये नहीं है कि उत्थे एक मतलब कॉलोनी कट के रखी हुई है जिहदे च अंग्रेज रहणगे। ठीक है। ये ना समझ लियो। ठीक है। कॉलोनी दा मतलब की हुंदा हैगा किसी होर एरिया दे विच अपना राज शुरू कर देना। ठीक है। जिवें आपां कहने प्लांट्स दी कॉलोनी है, प्लांट्स दी कॉलोनी दा मतलब की है एक तरीके दे प्लांट इस एरिया दे विच उगदे हैगे, रहिंदे हैगे। सो उसे तरीके नाल पंजाब दे विच बहुत ज्यादा अंग्रेज जिहड़े हैगे वो रहने शुरू हो गए सीगे। ठीक है। ते उन्हां ने अपना पूरा दा पूरा छावनी क्रिएट कर ली, कंट्रोल ही हासिल कर लिया सी पूरे पंजाब ते। ठीक है। हुण जदों ये दोनों कानून आए सी तां ओहदे करके की होया सी, अपने किसानां दा जिहड़ा जमीनी अधिकार है चला ही गया सी बेचारियां तो। ठीक है। पहला ही बेचारे जमींदारी सिस्टम दे तले बेचारे दबे पे सीगे, स्प्रे पी पी के मरण दी हालत होई पई सी, उत्तों दी इन्हां ने कानून भी देते जिस दे वास्ते अपने सरदार अजीत सिंह जिहड़े सी, सरदार अजीत सिंह जी 1907 दे विच इन्हां दो कानूनां दे विरोध दे विच की करनगे? प्रोटेस्ट करनगे। ठीक है जी। तां इस प्रोटेस्ट वास्ते एक लहर चलाणगे, एक अंदोलन चलाणगे। अंदोलन नूं आपां कहने मूवमेंट। तां उस मूवमेंट दा नाम होगा पगड़ी संभाल आंदोलन। पगड़ी संभाल मूवमेंट यानी कि पगड़ी संभाल आंदोलन। ठीक है जी। सो पगड़ी संभाल आंदोलन सरदार अजीत सिंह जी ने शुरू किया, जिस दे विच लाला लाजपत राय जी ने बहुत साथ दिता। शेरे पंजाब
पंजाब केसरी इन्हां नूं कहा जाता है। सो लाला लाजपत राय जी का नाम याद रखना है, इन्हां दा पार्टिसिपेशन याद रखना है तुसी, ठीक है जी। सो पगड़ी संभाल मूवमेंट शुरू हुई ते उस मूवमेंट के दौरान एक बहुत ही प्यारा गीत लिखा गया, पगड़ी संभाल जट्टा, ठीक है जी। सो पगड़ी संभाल जट्टा जिहड़ा गीत है ओहो किन्ना ने लिखिया सी, दसो। बहुत ही फेमस क्वेश्चन है यार, बचपन तो सुनते आ रहे हो तुसी ये गाना, किने लिखिया सी? हाँ जी, ऑनलाइन बैठा कोई आंसर देना चाहे पुत्र। पगड़ी संभाल जट्टा गीत किन्ना ने लिखिया? चल कोई गल नहीं है, बांके दयाल जी ने लिखिया है, ठीक है जी, बांके दयाल जी। अच्छा बेटा ये जिहड़ा आपां पढ़ रहे हैं ना, ये केवल तुहाडे इतिहास लिए इंपॉर्टेंट नहीं है। अगर मैं कहां कि करंट अफेयर चो भी ये क्वेश्चन बन के आ सकता है तो आ सकता है। रीजन पता की है? क्योंकि ऐतकी जिवें आह एक तरीके दे किसान कानून सीगे ना, उसे तरीके दे किसान कानून अपने देश दे विच आए, ठीक है, जिहदा आपां की कीता, पूरा अंदोलन किया। तां अकस्मात ही 2021 दे विच इस पूरी दी पूरी लहर नूं एप्रोक्सीमेटली 100 साल तो ज्यादा हो चुके सी। सो आपां की कीता, पहली बार अपने देश दे विच पगड़ी संभाल दिवस सैलीब्रेट किया। सो किसान कानून दे समय संयुक्त किसान मोर्चा दे द्वारा पहली बारी अपने देश दे विच फर्स्ट टाइम 23 फैबररी 2021 नूं पगड़ी संभाल दिवस आपां सैलीब्रेट किया, ठीक है। सो किसानां दे विच पगड़ी बन्नी सैरेमनी वगैरह भी हुई सी, तुसीं न्यूज़ वगैरह दे विच देखना, ठीक है, यूट्यूब ते तुहानूं मिली जाऊगी पुरानी न्यूज़। सो पगड़ी संभाल दिवस के बारे जरूर पढ़ना। सो ये वाला क्वेश्चन ना केवल तुहाडे हिस्टरी लिए इंपॉर्टेंट है, ठीक है, ये वाला क्वेश्चन तुहाडे करंट अफेयर लिए भी बहुत इंपॉर्टेंट है, ठीक है जी। गुड आफ्टरनून किरणजीत कौर, लेट हो गए तुसीं क्लास च आने तो बेटा। चलो समझ आया तो तक, पक्की गल है, ठीक है, नोट किया। सो ये होया जी 1907 का सफर, मतलब 1900 तो लैके 1907 तक का सफर आप याद रखना, ठीक है। इस तो बाद आप आवांगे 1913-14। टाइम कितना पड़ा है अपने पास? 15 मिनट है, ठीक है, अच्छा 17 मिनट है बस, ठीक है। तो हुण मैं कुछ समझाना चाहूंगी थानू 1913 ते 1914, ये दोने इवेंट अपने पंजाब दे बहुत बहुत इंपॉर्टेंट इवेंट है, ठीक है जी। एक बारी तुसी समझो इस चीज नू, हौली हौली नाल नाल तुसी ड्रॉ करते रहना, कोई भी चीज ना समझ आए नाल दी नाल पुछ लियो, ठीक है जी। सो मैं एक बार साइड ते लिख रही हाँ कि 1913 ते 1914 च की होना, ये दोने अपने पंजाब लई जरूरी, ठीक है जी। हुण 1913 दे विच बनेगी बेटा गदर पार्टी, ते गदर पार्टी शुरू की जाऊगी, स्टार्ट की जाऊगी, यानी कि आप कह सकते हैं फाउंडेशन रखना, नींव रखना, यानी कि किसी भी चीज का मतलब उद्घाटन करना। गदर पार्टी शुरू की जाऊगी लाला हरदयाल जी के द्वारा। लाला हरदयाल जी एक बिजनेसमैन लगा लो जेडे कि कैनेडा दे विच सीगे, ठीक है जी। तो इन्हां ने जेड़ी आह स्टार्ट की है, ऑनलाइन वालियां नूं दिख नहीं रहा होना, मैं इधर कर दिंदी हां माड़ा जिहा पेज, ठीक है। लाला हरदयाल जी ने जिहड़ी गदर पार्टी स्टार्ट की सीगी, इस पार्टी नूं इन्हां ने 1913 दे विच हैडक्वार्टर बनाया सी सैन फ्रांसिस्को, ठीक है। याद रखना गदर पार्टी इंडिया च नहीं शुरू हुई सी, ठीक है जी। इस पार्टी ने तो बाद दे विच जाके की करना है, इंडिया दी इंडिपेंडेंस फ्रीडम स्ट्रगल च अपना योगदान देना है। तो गदर पार्टी दे हैडक्वार्टर हमेशा सैन फ्रांसिस्को ही लिख के आना है, ठीक है। लाला हरदयाल जी ने गदर पार्टी शुरू तो की, लेकिन लाला हरदयाल कदे भी अध्यक्ष की कुर्सी ते नहीं बैठे, अपने पंजाब दे सी ना, तां इंपॉर्टेंट है, ठीक है। सो पहले अध्यक्ष आप याद रखांगे, यानी कि फर्स्ट प्रेजिडेंट कौन बननगे गदर पार्टी दे, तो उन्हां दा नाम होगा सोहन सिंह पखना, ठीक है जी। सोहन सिंह पखना अपने पहले प्रेजिडेंट बननगे गदर पार्टी दे। गदर पार्टी 1913 दे विच शुरू की जाएगी लाला हरदयाल जी दे द्वारा।
सैन फ्रांसिस्को च हैडकुआटर्स होणगे, ठीक है जी। ते एक आखिरी सवाल लिख लो, इन्हां ने एक न्यूज़ पेपर भी शुरू किया सी बेटा, ते न्यूज़ पेपर का नाम सी द गदर। द गदर, ठीक है जी। सो न्यूज़पेपर का नाम द गदर इंपॉर्टेंट है पेपर च, ठीक है। वैसे उर्दू च भी शुरू किया सी सर्कुलर ए आज़ादी, लेकिन द गदर पेपर च ज़्यादा फेमस आता है अपने कोले, तो तुसी द गदर याद रखो। सोहन सिंह भखना पहले प्रेजिडेंट सीगे, लाला हरदयाल जेडे सीगे वो की सीगे, फाउंडर सीगे इस पूरी दी पूरी पार्टी दे, ठीक है। सैन फ्रांसिस्को च हैडकुआटर सी। ये तो हो गए जी जेडे पेपर च तुहानू सवाल आणगे, ठीक है। हुण एक छोटी जी चीज वो की है, आखिर क्यों मैं थोड़ी देर पहला कहा कि भारत की आजादी च तो बाद च शामिल होणगे, इन्हां दा पहला पार्टी शुरू करन दा एक बहुत वड्डा रीजन होगा, बहुत वड्डा कारण होगा, ठीक है। तो हुण वो कारण आपां डिस्कस करना है, पूछिए। अच्छा दसना सी, दसो दसो। इक्वली ट्रीट नहीं किया जाता सी, बिल्कुल सही, ठीक है जी। सो चलो इन्हां दी गल आपां डिस्कस करिए हुण, इत्थों तक नोट किया सारियां ने? चलो देखो भाई, आपां माड़ा जिहा एक मैप ड्रॉ करन जा रहे हैं, ते मैप है अपना इंडिया इत्थे, ठीक है। कैनेडा बना लो तुसी इत्थे, ठीक है। इधर तुसी यूरोपियन कंट्रीज बनानियां ने, पूरा दा पूरा यूरोप, ते यूरोप दी कंट्री दे विच एक कंट्री दा नाम आपां लिखिए ऑस्ट्रिया हंगरी। ऑस्ट्रिया हंगरी तो थल्ले हुंदी सीगी बेटा जर्मनी, जर्मनी तो थल्ले हुंदे सी इत्थे देश, एक तां बुल्गारिया ते एक सर्बिया। इस तरीके, ठीक है जी। नाउ हुण 1913 दे विच की भाणा वरतिया सी वो समझते हैं। आपां सारे जानते हैं कि विश्व युद्ध पहला ते दूजा, दो विश्व युद्ध होए हैं, ठीक है। पहला विश्व युद्ध 1914 च शुरू होएगा ते 1919 दे मतलब 18 दे विचों खत्म हो जाएगा, ते 19 दे विच ओहदे अंजाम देखण नूं आपां नूं मिलणगे, ठीक है जी। सो 1914 दे विच ये विश्व युद्ध जिहड़ा शुरू हुंदा है, ये हुंदा क्यों है? क्योंकि जनाब आ अपने जेड़े ऑस्ट्रिया एंड हंगरी है ना, इन्हां दे महाराज जेड़े सीगे, उन्हां दा ना एक बार बेटा ते बहू किते जा रहे सी गड्डी च बैठ के, शरेआम विच सड़क उन्हां दी गड्डी रोक के जेड़ा है किसी मिलीटेंट ने उन्हां नूं गोली मारती ते दोनों दी उसे टाइम हत्या हो गई, मर गए वो, ठीक है। ऑस्ट्रिया हंगरी दे जेड़े महाराज सी उन्हां ने जारी करता, ऐलान जारी करता कि उस बंदे नूं फड़ के लिआया जावे, उन्होंने सजा दी जाऊगी, ठीक है। वो बंदा जिहड़ा है डरदा मारा भजदा भजदा निकल गया जी बुल्गारिया दे विच, ठीक है जी। हुण बुल्गारिया च जदों बंदा पहुंचिया तां उस वेले की सीगा, इन्हां ने कहा कि बुल्गारिया जाके आपां नूं इन्वेस्टिगेट पता लगाना पऊगा, ठीक है। मतलब इन्हां नूं एक टिप मिली सी कि बुल्गारिया च बंदा हैगा, ठीक है। हुण बुल्गारिया एक दूजा देश हैगा, ठीक है। हुण ऑस्ट्रिया हंगरी दा बहुत वधिया फ्रेंड सीगा जी जर्मनी, ठीक है। जर्मनी कहता कोई गल नहीं, तू मेरे विच दी बॉर्डर दे विचों निकल जा ते बुल्गारिया च जाके इन्वेस्टिगेशन कर लै, ठीक है। ऑस्ट्रिया हंगरी दे लोकी बुल्गारिया च गए, बुल्गारिया ने बॉर्डर ते रोकदे होए कहा कि तुहाडी हिम्मत किवें होई साडे देश दे विच बिना मतलब किसे एंट्री दे तुसीं एंटर करन दी, ठीक है। तां उन्हां ज़मानिਆਂ च वीज़ा वूज़ा नहीं चलदे सीगे, एंट्री पास लैणे पैंदे सी, ठीक है। तां एंट्री पास तो बिना एंट्री नहीं कर सकदे तुसीं, ते एवें किवें तुसीं घुसे चले जा रहे हैगे हो। ऑस्ट्रिया हंगरी दे महाराज ने ऐलान किया, अगर बुल्गारिया ने साडी इन्वेस्टिगेशन च कोई भी रोक लगाने की कोशिश की तो असीं युद्ध छेड़ दांगे, डिक्लेयर कर दांगे। हुण बुल्गारिया बेचारा इन्ना जा वो सर्बिया दे कोल मदद मंगण गया कि यार आपां की करिए हैं। सर्बिया कहंदा तेरे नाल मैं भी पिसूंगा, एक काम करते हैं किसी वड्डी सारी कंट्री तो हैल्प मंगते हैं, ठीक है। तां इन्हां दे बहुत वधिया फ्रेंड सीगा जी रशिया, रूस। पहलां दे समय दे विच रशिया नूं USSR कहा जाता सीगा, ठीक है जी। तां रशिया जिहड़ा है मदद करन लई तैयार हो गया, फ्रेंड सी तां फ्रेंड दे काम आऊगा ही, ठीक है जी। तां इसने की कहा, इसने ऑस्ट्रिया हंगरी ते जर्मनी नूं कह दिता कि जे तुसी सर्बिया ते बुल्गारिया दे विच अपनी गतिविधियां नूं बंद नहीं किया तां मैं तुहाडे ते युद्ध छेड़ दूंगा, ठीक है। इस सारी गहमा गहमी दे विच एक दूजे दे खिलाफ सारिਆਂ ने हथियार चक लए। ब्रिटेन विच पै गया, ब्रिटेन ने इंडिया नूं विच पा लिया, ठीक है। उधरों US से मदद वास्ते आ गया। खैर पहले युद्ध दे विच इटली शांत रहा, इटली ने कुछ नहीं किया।
ਉਧਰੋਂ ਚਾਈਨਾ, ਉਧਰੋਂ ਜਾਪਾਨ, ਉਹ ਵੀ ਸ਼ਾਂਤ ਰਹੇ, ਉਹਨਾਂ ਨੇ ਕੁਝ ਨਹੀਂ ਕਿਹਾ। ਠੀਕ ਹੈ, ਸੋ ਪਹਿਲੇ ਯੁੱਧ ਦੇ ਵਿੱਚ ਇੰਨੇ ਸਾਰੇ ਲੋਕੀ ਜਿਹੜੇ ਹੈ ਸ਼ਾਮਿਲ ਸੀਗੇ। ਠੀਕ ਹੈ ਜੀ। ਹੁਣ ਬ੍ਰਿਟੇਨ ਨੇ ਇੰਡੀਆ ਨੂੰ ਵੀ ਜਿਹੜਾ ਹੈਗਾ ਸ਼ਾਮਿਲ ਕਰ ਲਿਆ। ਦੂਜੇ ਪਾਸੇ ਜਿਹੜੇ ਸੀਗੇ ਰਸ਼ੀਆ ਵਾਲੇ ਸੀਗੇ, ਇੱਕ ਪਾਸੇ ਆਸਟਰੀਆ, ਹੰਗਰੀ, ਜਰਮਨੀ, ਬ੍ਰਿਟੇਨ, ਇਹ ਸਾਰੇ ਸੀਗੇ। ਠੀਕ ਹੈ ਜੀ, ਇਹ ਸਾਰੇ ਆਪਸ ਦੇ ਵਿੱਚ ਹੁਣ ਘਮਾਸਾਨ ਯੁੱਧ ਕਰ ਰਹੇ ਆ। ਠੀਕ ਹੈ, ਹੁਣ ਬੇਟਾ ਜਦੋਂ ਵੀ ਹੁੰਦਾ ਹੈ ਨਾ ਯੁੱਧ, ਤਾਂ ਉਸ ਵੇਲੇ ਕੀ ਹੁੰਦਾ ਹੈ ਨਾ, ਕੁਝ ਰੋਕ ਲੱਗ ਜਾਂਦੀਆਂ ਨੇ, ਕੁਝ ਸੈਂਕਸ਼ਨਸ ਲੱਗ ਜਾਂਦੇ ਨੇ। ਠੀਕ ਹੈ ਜੀ, ਤਾਂ ਰੋਕ ਕਿਸ ਤਰੀਕੇ ਦੀ ਲੱਗ ਰਹੀਆਂ ਨੇ? ਆਬਵੀਅਸਲੀ ਆਣ ਜਾਣ ਤੇ ਰੋਕ ਲੱਗਦੀ ਹੈਗੀ ਹੈ, ਘਰੋਂ ਬਾਹਰ ਨਿਕਲਣ ਤੇ ਰੋਕ ਲੱਗਦੀ ਹੈ। ਹੁਣ ਇੰਡੀਆ ਜਿਹੜਾ ਹੈ ਯੁੱਧ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਅੰਗਰੇਜ਼ਾਂ ਨੇ, ਇੰਡੀਆ ਇਜ਼ ਐਟ ਵਾਰ, ਇਹ ਤਾਂ ਇਹਨਾਂ ਦੀ ਪੁਰਾਣੀ ਆਦਤ ਸੀ ਕਹਿਣਾ। ਠੀਕ ਹੈ, ਪਹਿਲੇ ਯੁੱਧ 'ਚ ਵੀ ਧੱਕੇ ਨਾਲ ਸ਼ਾਮਿਲ ਕਰ ਲਿਆ ਤੇ ਦੂਜੇ 'ਚ ਵੀ ਧੱਕੇ ਨਾਲ ਸ਼ਾਮਿਲ ਕਰ ਲਿਆ ਸੀਗਾ। ਠੀਕ ਹੈ, ਹੁਣ ਇੰਡੀਆ ਦੇ ਉੱਤੇ ਵੀ ਰੋਕ ਲੱਗਣਗੀਆਂ, ਕਿਉਂਕਿ ਯੁੱਧ 'ਚ ਸ਼ਾਮਿਲ ਹੋਣ ਵਾਲੀ ਹਰ ਇੱਕ ਕੰਟਰੀ ਤੇ ਕੋਈ ਨਾ ਕੋਈ ਰੋਕ ਲੱਗੂਗੀ। ਠੀਕ ਹੈ, ਇੰਡੀਆ ਦੇ ਵਿੱਚ ਰੋਕ ਲੱਗ ਗਈਆਂ। ਕੀ ਰੋਕ ਲੱਗ ਗਈਆਂ? ਕਿ ਤੁਸੀਂ ਜਿਹੜਾ ਹੈਗਾ ਆਪਣੇ ਦੇਸ਼ ਨੂੰ ਛੱਡ ਕੇ ਨਹੀਂ ਜਾਣਾ। ਠੀਕ ਹੈ, ਅਤੇ ਬਾਕੀ ਦੇਸ਼ਾਂ ਦੇ ਵਿੱਚ ਇੱਕ ਨਵੀਂ ਰੋਕ ਕੀ ਲਗਾਈ ਗਈ ਕਿ ਕਿਸੇ ਵੀ ਦੇਸ਼ ਦਾ ਜਿਹੜਾ ਜਹਾਜ਼ ਹੈ, ਜਿਹੜਾ ਵੀ ਯੁੱਧ 'ਚ ਸ਼ਾਮਿਲ ਦੇਸ਼ ਹੈ ਨਾ, ਉਸ ਦੇਸ਼ ਦਾ ਜਿਹੜਾ ਜਹਾਜ਼ ਹੈ ਉਹ ਪਾਣੀ ਵਿੱਚ ਨਹੀਂ ਉਤਰੇਗਾ। ਠੀਕ ਹੈ, मतलब अगर इंडिया युद्ध च शामिल है तो इंडिया का जहाज पानी च नहीं आ सकता, ਆਸਟਰੀਆ ਹੰਗਰੀ ਦਾ ਜਹਾਜ਼ ਪਾਣੀ 'ਚ ਨਹੀਂ ਆ ਸਕਦਾ। ਬ੍ਰਿਟੇਨ ਕੇਵਲ ਯੂਐਸਏ ਤੋਂ ਹਥਿਆਰ ਸਪਲਾਈ ਕਰਾਂਦਾ ਸੀ, ਤਾਂ ਯੂਐਸਏ ਦਾ ਸਪਲਾਈ ਕਰਨ ਵਾਲਾ ਸਿਸਟਮ ਜਿਹੜਾ ਹੈਗਾ ਉਹ ਚੱਲਦਾ ਰਿਹਾ ਸੀਗਾ। ਯੁੱਧ ਦੇ ਵਿੱਚ ਸ਼ਾਮਿਲ ਹੋਣ ਵਾਲੀ ਕਿਸੇ ਵੀ ਕੰਟਰੀ ਦਾ ਜਿਹੜਾ ਜਹਾਜ਼ ਹੈ ਉਹ ਪਾਣੀ 'ਚ ਨਹੀਂ ਉਤਰ ਸਕਦਾ ਸੀ। ਠੀਕ ਹੈ, ਹੁਣ ਅੱਜ ਦੇ ਜ਼ਮਾਨੇ 'ਚ ਅਗਰ ਇਹ ਇਨਫੋਰਮੇਸ਼ਨ ਜਾਰੀ ਹੋ ਜਾਏ ਤਾਂ ਅੱਗ ਵਾਂਗੂ 10 ਮਿੰਟ 'ਚ ਫੈਲ ਜਾਂਦੀ ਹੈ ਪੂਰੇ ਇੰਡੀਆ 'ਚ। WhatsApp ਹੈਗਾ ਆਪਣੇ ਕੋਲੇ, ਬਹੁਤ ਵਧੀਆ ਸੋਰਸ ਹੈ। ਠੀਕ ਹੈ, ਇੰਟਰਨੈਟ ਹੈ, ਮੀਡੀਆ ਹੈ। ਠੀਕ ਹੈ, ਉਹਨਾਂ ਜ਼ਮਾਨਿਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਸਮਝਣਾ ਸੁਣਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੀਗਾ, ਸਮਝ ਹੀ ਨਹੀਂ ਆ ਰਿਹਾ ਸੀਗਾ, ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ। ਖਾਸ ਕਰ ਆਪਣੇ ਇੰਡੀਅਨਸ ਦਾ ਵਿਚਾਰੇ ਬੜੇ ਬੂਝੜ ਸੀਗੇ, ਤਾਂ ਕੁਝ ਨਹੀਂ ਪਤਾ ਲੱਗਦਾ ਸੀ ਕੀ ਹੋਈ ਕੀ ਜਾਂਦਾ, ਇਹਨਾਂ ਦਾ ਕੁਝ ਨਹੀਂ ਪੱਲੇ ਪੈਂਦਾ ਸੀ। ਠੀਕ ਹੈ, ਹੁਣ ਇੱਕ ਪਾਸੇ ਤਾਂ ਇਹ ਚੀਜ਼ ਹੈ ਜਿਹੜੀ ਕਿ ਹੋ ਰਹੀ ਸੀ, ਗਤੀਵਿਧੀਆਂ ਸ਼ੁਰੂ ਹੋ ਗਈਆਂ 1913 ਦੇ ਵਿੱਚ ਹੀ। 1913 ਦੇ ਵਿੱਚ ਕੈਨੇਡਾ ਤੇ ਵੀ ਇੱਕ ਨਵੀਂ ਰੋਕ ਲੱਗ ਗਈ। ਕੀ ਰੋਕ ਲੱਗ ਗਈ? ਕਿ ਇੱਥੇ ਜਿੰਨੇ ਵੀ ਇਮੀਗ੍ਰੈਂਟਸ ਹੈ, ਇਮੀਗ੍ਰੈਂਟ ਸਮਝਦੇ ਹੋ ਜਿਹੜਾ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਦੇ ਵਿੱਚ ਜਾਂਦੇ ਹੈ, ਪ੍ਰਵਾਸੀ। ਠੀਕ ਹੈ, ਠੀਕ ਹੈ, ਤਾਂ ਜਿੰਨੇ ਵੀ ਇਮੀਗ੍ਰੈਂਟ ਹੈਗੇ ਹੈ, ਉਹ ਇਮੀਗ੍ਰੈਂਟ ਜਿਹੜੇ ਹੈ ਉਹਨਾਂ ਦੇ ਜਿਹੜੇ ਕਾਨੂੰਨ ਹੈ, ਜਿਹੜੇ ਰਾਈਟ ਹੈਗੇ ਹੈ, ਉਹ ਕਾਫੀ ਜ਼ਿਆਦਾ ਦੇਖੋ ਸਟ੍ਰਿਕਟ ਕਰ ਦਿੱਤੇ ਗਏ ਸੀ। 13-13 ਘੰਟੇ ਗਧਿਆਂ ਵਾਂਗੂ ਕੰਮ ਕਰਾਇਆ ਜਾਂਦਾ ਸੀ ਤੇ ਜ਼ਿਆਦਾਤਰ ਹੁੰਦੇ ਸੀ ਲੇਬਰ। ਠੀਕ ਹੈ, ਹੁਣ ਜ਼ਿਆਦਾਤਰ ਲੋਕੀ ਜਿਹੜੇ ਸੀ ਉਹ ਇੰਡੀਅਨ ਹੀ ਸੀਗੇ। ਠੀਕ ਹੈ, ਰੀਜ਼ਨ ਇਹ ਹੈ ਅੱਜ ਵਾਂਗੂ ਟ੍ਰੈਂਡ ਹੈ ਆਪਣੇ ਪੁਰਾਣੇ ਸਮੇਂ ਤੋਂ, ਜਾਂ ਤਾਂ ਜੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਲਓ, ਸਰਕਾਰੀ ਨੌਕਰੀ ਲੈ ਲਓ, ਨਹੀਂ ਹੋਇਆ ਤਾਂ ਆਇਲਸ ਦਾ ਪੇਪਰ ਕਲੀਅਰ ਕਰਕੇ ਚੱਲੋ ਜੀ ਕੈਨੇਡਾ। ਅੱਧੇ ਤੋਂ ਵੱਧ ਪੰਜਾਬ ਕੈਨੇਡਾ 'ਚ ਬੈਠਾ। ਠੀਕ ਹੈ ਜੀ, ਸੋ ਇਸ ਤਰੀਕੇ ਦੇ ਨਾਲ ਲੋਕਾਂ ਨੇ ਜਿਹੜਾ ਹੈਗਾ ਉਸ ਜ਼ਮਾਨੇ ਦੇ ਵਿੱਚ ਵੀ ਦੋ ਹੀ ਆਪਸ਼ਨ ਸੀਗੇ, ਜਾਂ ਤਾਂ ਅੰਗਰੇਜ਼ਾਂ ਦੀ ਗੁਲਾਮੀ ਕਰ ਲਓ ਜਾਂ ਦੂਜੇ ਦੇਸ਼ 'ਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਲਓ। ਠੀਕ ਹੈ, ਤਾਂ ਕਈ ਲੋਕੀ ਇਮੀਗ੍ਰੈਂਟ ਬਣ ਕੇ ਜਾਂਦੇ ਸੀ, ਜਿਵੇਂ ਕਿ ਲਾਲਾ ਹਰਦਿਆਲ, ਸੋਹਣ ਸਿੰਘ ਭਖਣਾ, ਇਹ ਸਾਰੇ ਗਏ ਸੀਗੇ। ਹੁਣ ਜਦੋਂ ਉਹ ਲੋਕੀ ਸੈਟਲ ਹੋ ਚੁੱਕੇ ਸੀ, ਉਹ ਵੱਡੇ ਵਪਾਰੀ ਬਣ ਗਏ ਸੀਗੇ, ਤਾਂ ਹੁਣ ਨਵੇਂ ਆਉਣ ਵਾਲੇ ਜਿਹੜੇ ਇਮੀਗ੍ਰੈਂਟ ਸੀ ਨਾ, ਉਹਨਾਂ ਤੇ ਹੋ ਰਿਹਾ ਸੀ ਅਤਿਆਚਾਰ। ਉਹਨਾਂ ਦੇ ਜਿਹੜੇ ਇਮੀਗ੍ਰੈਂਟ ਰਾਈਟ ਹੁੰਦੇ ਆ ਉਹ ਖੋਲੇ ਜਾਂਦੇ ਸੀ। ਇਮੀਗ੍ਰੈਂਟ ਰਾਈਟ ਕੀ ਹੈ? ਸਭ ਤੋਂ ਮਤਲਬ ਮੇਨ ਚੀਜ਼ ਜਿਹੜਾ ਹੈ ਨਾ, ਲੇਬਰ ਬਣ ਕੇ ਜਾਂਦੇ ਸੀ। ਲੇਬਰ ਜਿਹੜੀ ਹੈ 8 ਘੰਟੇ ਤੋਂ ਜ਼ਿਆਦਾ ਉਹਨੂੰ ਕੰਮ ਨਹੀਂ ਕਰਨਾ, ਇਹ ਇੰਟਰਨੈਸ਼ਨਲ ਲਾਅ ਕਹਿੰਦਾ ਹੈ। ਅਗਰ ਤੁਸੀਂ 8 ਘੰਟੇ ਤੋਂ ਜ਼ਿਆਦਾ ਕੰਮ ਕਰਾਉਂਦੇ ਹੋ ਉਹਨਾਂ ਤੋਂ, ਜਾਂ ਉਹ ਆਪਣੀ ਇੱਛਾ ਨਾਲ ਕਰ ਰਹੇ ਹੈਗੇ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਪੇਮੈਂਟ ਵੀ ਕਰੋ, ਇਹ ਕਾਨੂੰਨ ਕਹਿੰਦਾ ਹੈ। ਠੀਕ ਹੈ ਜੀ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਬਣੀ ਸੀ ਯੁੱਧ ਖਤਮ ਹੋਣ ਤੋਂ ਬਾਅਦ, ਤਾਂ ਉਹਨਾਂ ਨੇ ਡਿਕਲੇਅਰ ਕਰਤਾ ਸੀ ਇਹ ਪਾਗਲ ਤਾਂ ਬੰਦੇ ਮਾਰਨੇ ਤੁਸੀਂ 13-13 ਘੰਟੇ ਇੱਕ ਦਿਨ 'ਚ ਕੰਮ ਕਰਾ ਕੇ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਖਾਣ ਪੀਣ ਨੂੰ ਵਧੀਆ ਨਹੀਂ ਮਿਲਣਾ, ਉਹਨਾਂ ਦੀ ਸੌਣ ਦੀ ਕੰਡੀਸ਼ਨ ਵਧੀਆ ਨਹੀਂ ਸੀਗੀਆਂ, ਜਿਹੜੇ ਕਮਰੇ 'ਚ ਪਏ ਹੁੰਦੇ ਸੀ ਉੱਤੇ ਛਿਪਕਲੀ, ਡੱਡੂ, ਕੋਕਰੋਚ, ਪਤਾ ਨਹੀਂ ਕੀ ਕੁਛ ਹੁੰਦਾ ਸੀਗਾ। ਠੀਕ ਹੈ ਜੀ, ਸੋ ਮਤਲਬ ਹਾਲਾਤ ਵਧੀਆ ਨਹੀਂ ਸੀ ਆਪਣੇ ਇਮੀਗ੍ਰੈਂਟਸ ਦੇ, ਜਿਹਦੇ ਕਰਕੇ ਲਾਲਾ ਹਰਦਿਆਲ ਜੀ ਨੇ ਕੀ ਸ਼ੁਰੂ ਕੀਤਾ ਸੀ? ਗਦਰ ਪਾਰਟੀ ਸ਼ੁਰੂ ਕੀਤੀ ਸੀ। ਠੀਕ ਹੈ, ਸੋ ਗਦਰ ਪਾਰਟੀ ਬਾਰੇ ਆਪਾਂ ਜੋ ਵੀ ਗੱਲਾਂ ਲਿਖੀਆਂ ਸੀ ਉਹਦਾ ਰੀਜ਼ਨ ਇਹ ਹੈਗਾ ਕਿ ਇਮੀਗ੍ਰੈਂਟਸ ਦੇ ਜਿਹੜੇ ਲਾਜ਼ ਹੈਗੇ, ਉਹਨਾਂ ਦੇ ਕਾਨੂੰਨ ਹੈ, ਉਹਨਾਂ ਦੇ ਉੱਤੇ ਜਿਹੜੇ ਹੋ ਰਹੇ ਅਤਿਆਚਾਰ ਹੈ, ਉਹਨਾਂ ਨੂੰ ਆਪਾਂ ਰੋਕਣਾ ਸੀਗਾ। ਠੀਕ ਹੈ, ਇਨ ਦਾ ਮੀਨਵਾਈਲ ਹੋਰ ਕੀ ਹੁੰਦਾ? 1914 ਤੱਕ ਇੱਕ ਨਵਾਂ ਕਾਂਡ ਸ਼ੁਰੂ ਹੋ ਜਾਂਦਾ ਹੈ। ਹਲੇ ਤਾਂ ਗਦਰ ਪਾਰਟੀ ਆਪਣਾ ਕੰਮ ਕਰ ਰਹੀ ਸੀਗੀ। 1914 ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਬੈਠੇ ਕੁਝ ਇੰਡੀਅਨ ਸੋਚਦੇ ਹੈ ਕਿ ਯਾਰ ਚੱਲੋ ਯਾਰ ਆਪਾਂ ਵੀ ਕੈਨੇਡਾ ਚੱਲੀਏ, ਉੱਥੇ ਜਾ ਕੇ ਮਜ਼ਦੂਰੀ ਕਰ ਲਾਂਗੇ। ਠੀਕ ਹੈ, ਇੰਡੀਆ 'ਚ ਨਹੀਂ ਹੁੰਦੀ ਸਾਡੇ ਤੋਂ ਮਜ਼ਦੂਰੀ, ਬਾਹਰ ਜਾ ਕੇ ਕਰ ਲਾਂਗੇ। ਠੀਕ ਹੈ ਜੀ, ਸੋ ਜਨਾਬ ਇੱਥੋਂ ਇਹਨਾਂ ਨੇ ਇੱਕ ਸ਼ਿਪ ਤਿਆਰ ਕੀਤਾ ਤੇ ਸ਼ਿਪ 'ਚ ਬੈਠ ਕੇ 376 ਪੈਸੇਂਜਰ ਜਿਹੜੇ ਹੈ ਰਵਾਨਾ ਹੋ ਜਾਂਦੇ ਹੈ ਕੈਨੇਡਾ ਜਾਣ ਲਈ। ਠੀਕ ਹੈ, ਰਸਤੇ ਦੇ ਵਿੱਚ ਕੀ ਹੁੰਦਾ ਹੈਗਾ? ਹੁਣ ਸਿੰਗਾਪੁਰ ਨਾਮ ਦਾ ਟਾਪੂ ਆਂਦਾ ਹੈ, ਸਿੰਗਾਪੁਰ ਦੇ ਵਿੱਚ ਇਸ ਸ਼ਿਪ ਨੂੰ ਰੋਕ ਲਿਆ ਜਾਂਦਾ ਹੈ।
ठीक है जी। शिप ਨੂੰ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਯੁੱਧ ਚੱਲੀ ਜਾਂਦਾ ਹੈਗਾ ਤੇ ਯੁੱਧ ਦੇ ਵਿੱਚ ਕੋਈ ਵੀ ਯੁੱਧ ਦੇ ਵਿੱਚ ਸ਼ਾਮਿਲ ਹੋਣ ਵਾਲਾ ਦੇਸ਼ ਆਪਣਾ ਜਹਾਜ਼ ਪਾਣੀ 'ਚ ਨਹੀਂ ਉਤਾਰ ਸਕਦਾ। ਤੁਹਾਡੀ ਹਿੰਮਤ ਕਿਵੇਂ ਹੋਈ? ਠੀਕ ਹੈ, ਐਵੇਂ ਬੋਲਦੇ ਸੀ ਆਪਾਂ ਨੂੰ ਸਾਰਿਆਂ ਨੂੰ, ਯੂ ਬਲੈਕ ਇੰਡੀਅਨ ਡੌਗਸ, ਐਵੇਂ ਬੋਲਦੇ ਹੁੰਦੇ ਸੀਗੇ। ਠੀਕ ਹੈ ਜੀ। ਸੋ ਅੰਗਰੇਜ਼ਾਂ ਨੇ ਇੱਥੇ ਆਪਾਂ ਨੂੰ ਰੋਕ ਲਿਆ, ਜਾਣ ਨਹੀਂ ਦਿੱਤਾ। ਹੁਣ ਸਿੰਗਾਪੁਰ ਦੇ ਵਿੱਚ ਆਪਣੇ ਇੱਕ ਪੰਜਾਬੀ ਸੀ, ਮੈਂ ਥੋੜਾ ਮੈਪ ਛੋਟਾ ਕਰਦਾ, ਠੀਕ ਹੈ। ਸਿੰਗਾਪੁਰ ਦੇ ਵਿੱਚ ਆਪਣੇ ਇੱਕ ਪੰਜਾਬੀ ਸੀ ਜਿਨ੍ਹਾਂ ਦਾ ਨਾਮ ਸੀ ਬਾਬਾ ਗੁਰਦਿੱਤ ਸਿੰਘ। ਬਾਬਾ ਗੁਰਦਿੱਤ ਸਿੰਘ ਨੇ ਕੀ ਕੀਤਾ, ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਆਪਣੇ ਯਾਰ ਇੰਡੀਅਨਸ ਐਵੇਂ ਫਸੇ ਪਏ ਆ ਵਿਚਾਰੇ ਸ਼ਿਪ ਦੇ ਵਿੱਚ, ਤਾਂ ਇਹਨਾਂ ਨੇ ਸੋਚਿਆ ਕਿ ਯਾਰ ਇਹਨਾਂ ਨੂੰ ਇੱਥੋਂ ਬਾਹਰ ਕੱਢਣਾ ਪਊਗਾ। ਤਾਂ ਇੰਡੀਅਨਸ ਨੂੰ ਬਾਹਰ ਕੱਢਣ ਵਾਸਤੇ ਬਾਬਾ ਗੁਰਦਿੱਤ ਸਿੰਘ ਨੇ ਕੀ ਕੀਤਾ, ਇਹਨਾਂ ਨੇ ਸੋਚਿਆ ਕਿ ਉਹ ਜਹਾਜ਼ ਪਾਣੀ 'ਚ ਨਹੀਂ ਉਤਰ ਸਕਦਾ ਨਾ ਜਿਹੜੇ ਯੁੱਧ 'ਚ ਹੈ, ਜਿਹੜੇ ਯੁੱਧ 'ਚ ਨਹੀਂ ਆ ਉਹਨਾਂ ਨੂੰ ਆਪਾਂ ਜਹਾਜ਼ ਨੂੰ ਬੁਲਾ ਲੈਂਦੇ ਆ। ਹੁਣ ਇਹ ਵਪਾਰੀ ਸੀਗੀ, ਕੰਟਰੈਕਟਰ ਸੀਗੇ ਇਹ, ਤੇ ਇਹਨਾਂ ਦਾ ਬਹੁਤ ਦੇਸ਼ਾਂ ਦੇ ਵਿੱਚ ਵਪਾਰ ਚੱਲਦਾ ਸੀ। ਠੀਕ ਹੈ, ਇਹਨਾਂ ਦੀ ਜਾਪਾਨੀਆਂ ਨਾਲ ਵੀ ਬਹੁਤ ਵਧੀਆ ਬਣਦੀ ਸੀ, ਤਾਂ ਇਹਨਾਂ ਨੇ ਜਾਪਾਨ ਨਾਲ ਕੰਟੈਕਟ ਕੀਤਾ ਤੇ ਉਹਨਾਂ ਤੋਂ ਇੱਕ ਜਹਾਜ਼ ਮੰਗਿਆ। ਠੀਕ ਹੈ, ਜਾਪਾਨੀਆਂ ਨੇ ਆਪਦਾ ਜਹਾਜ਼ ਦੇ ਦਿੱਤਾ ਤੇ ਇਹਨਾਂ ਨੇ ਆਪਣਾ ਜਹਾਜ਼ ਦਿੱਤਾ ਕੋਮਾਗਾਟਾ ਮਾਰੂ। ਇਹ ਨਾਮ ਸੀਗਾ ਸ਼ਿਪ ਦਾ, ਜਿਹੜਾ ਕਿ ਭਾਫ ਤੇ ਚੱਲਦਾ ਸੀ, ਸਟੀਮ ਤੇ ਚੱਲਦਾ ਸੀ। ਠੀਕ ਹੈ, ਸੋ ਇੱਥੇ ਪੂਰਾ ਨਾਮ ਲਿਖ ਦਿੰਨੇ ਆ ਇਹਦਾ, ਕੋਮਾਗਾਟਾ ਮਾਰੂ। ਠੀਕ ਹੈ, ਸੋ ਇਹ ਜਹਾਜ਼ ਜਿਹੜਾ ਹੈਗਾ ਜਾਪਾਨ ਤੋਂ ਰਵਾਨਾ ਹੁੰਦਾ ਹੈਗਾ, ਹਾਂਗਕਾਂਗ ਪਹੁੰਚਦਾ ਹੈ ਤੇ ਆ ਜਾਂਦਾ ਹੈ ਸਿੰਗਾਪੁਰ। ਸੋ ਇਸ ਕੋਮਾਗਾਟਾ ਮਾਰੂ ਨਾਮ ਦੇ ਨਵੇਂ ਸ਼ਿਪ ਦੇ ਵਿੱਚ ਬੈਠ ਕੇ ਇਹ ਸਾਰੇ ਜਣੇ ਮੁੜਦੇ ਹੈ ਕੈਨੇਡਾ ਵੱਲ। ਠੀਕ ਹੈ, ਕੈਨੇਡਾ ਦੇ ਵਿੱਚ ਇਹਨਾਂ ਨੇ ਉਤਰਨਾ ਸੀ ਵੈਨਕੂਵਰ। ਠੀਕ ਹੈ, ਸੋ ਇਸ ਲਈ ਅਗਰ ਤੁਹਾਨੂੰ ਕੋਮਾਗਾਟਾ ਮਾਰੂ ਦੀ ਜਰਨੀ ਪੁੱਛੀ ਜਾਵੇ ਕਿ ਇਹਨਾਂ ਦੀ ਜਰਨੀ ਕੀ ਸੀ, ਤਾਂ ਤੁਸੀਂ ਕੀ ਲਿਖ ਕੇ ਆਉਂਗੇ ਜੀ, ਇਹ ਚੱਲੇ ਸੀ ਸਿੰਗਾਪੁਰ ਤੋਂ, ਕਿਉਂਕਿ ਜਹਾਜ਼ ਸਿੰਗਾਪੁਰ ਤੋਂ ਸ਼ੁਰੂ ਹੋਇਆ ਸੀ। ਆਪਣਾ ਜਹਾਜ਼ ਤਾਂ ਰੋਕ ਹੀ ਲਿਆ ਸੀਗਾ। ਠੀਕ ਹੈ ਜੀ, ਅਸਲੀ ਜਿਹੜਾ ਕੋਮਾਗਾਟਾ ਮਾਰੂ ਹੈ ਉਹਦੀ ਜਰਨੀ ਸ਼ੁਰੂ ਹੁੰਦੀ ਹੈਗੀ ਹੈ ਸਿੰਗਾਪੁਰ ਤੋਂ ਤੇ ਇਹ ਪਹੁੰਚਦੇ ਹੈਗੇ ਹੈ ਵੈਨਕੂਵਰ। ਸਿੰਗਾਪੁਰ ਤੋਂ ਵੈਨਕੂਵਰ ਕੈਨੇਡਾ। ਠੀਕ ਹੈ, ਹੁਣ ਵੈਨਕੂਵਰ ਦੇ ਵਿੱਚ ਅੰਗਰੇਜ਼ ਸਰਕਾਰ ਦੀ ਹੁਕੂਮਤ ਚੱਲ ਰਹੀ ਹੈ ਬਾਈ ਜੀ, ਉਹਨਾਂ ਨੇ ਉਤਰਨ ਨਹੀਂ ਦਿੱਤਾ। ਉਹ ਕਹਿੰਦੇ ਕਿ ਤੁਹਾਨੂੰ ਪਤਾ ਹੈ ਨਾ ਕਿ ਇਮੀਗ੍ਰੈਂਟਸ ਦੇ ਲਾਜ਼ ਇੱਥੇ ਬਹੁਤ ਜ਼ਿਆਦਾ ਸਟ੍ਰਿਕਟ ਕੀਤੇ ਹੋਏ ਹੈ, ਤੁਹਾਡੀ ਹਿੰਮਤ ਕਿਵੇਂ ਹੋਈ ਉਤਰਨ ਦੀ? ਠੀਕ ਹੈ ਜੀ, ਤੁਸੀਂ ਨਹੀਂ ਉਤਰ ਸਕਦੇ, ਰਾਈਟ। ਸੋ ਇਸ ਲਈ ਇਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ। ਕੁਝ ਪੈਸੇਂਜਰਸ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਸੀਗੇ ਉਹਨਾਂ ਨੇ ਤਾਂ ਆਪਣੇ ਬੰਦੇ ਕਢਾ ਲਏ ਜਿਵੇਂ ਤਿਵੇਂ ਆਪਣੀ ਪਹੁੰਚ ਲਗਾ ਕੇ। ਠੀਕ ਹੈ, ਲੇਕਿਨ ਕਈ ਲੋਕੀ ਜਿਹੜੇ ਹੈਗੇ ਆ ਉਸੇ ਸ਼ਿਪ ਦੇ ਵਿੱਚ ਫਸੇ ਰਹੇ। ਠੀਕ ਹੈ, ਹੁਣ ਇੰਡੀਅਨਸ ਨੇ ਸੋਚਿਆ ਕਿ ਚਲੋ ਯਾਰ ਮੁੜ ਆਪਣੇ ਦੇਸ਼ ਵਾਪਸ ਚੱਲਦੇ ਆ, ਹੋਰ ਕੋਈ ਹਾਲਾਤ ਆਪਣੇ ਹੈ ਨਹੀਂ ਤਾਂ। ਠੀਕ ਹੈ, ਸੋ ਕੋਮਾਗਾਟਾ ਮਾਰੂ ਦੀ ਰਿਟਰਨ ਜਰਨੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਸੋ ਕੋਮਾਗਾਟਾ ਮਾਰੂ ਆਪਣੀ ਰਿਟਰਨ ਜਰਨੀ ਕਰੇਗਾ। ਸੋ ਰਿਟਰਨ ਜਰਨੀ ਦੇ ਵਿੱਚ ਇਹ ਸ਼ੁਰੂ ਕਿੱਥੋਂ ਹੋਊਗਾ? ਓਬਵੀਅਸਲੀ ਵੈਨਕੂਵਰ ਤੋਂ, ਕਿਉਂਕਿ ਉੱਥੇ ਹੀ ਖੜਾ ਸੀ ਜਾ ਕੇ। ਤਾਂ ਰਿਟਰਨ ਦੇ ਵਿੱਚ ਇਹ ਵੈਨਕੂਵਰ ਤੋਂ ਸਟਾਰਟ ਹੁੰਦਾ ਹੈ ਤੇ ਜਾਣਾ ਕਿੱਥੇ ਇਹਨਾਂ ਨੇ? ਇੰਡੀਆ। ਲੇਕਿਨ ਇੰਡੀਆ ਦੇ ਵਿੱਚ ਇਹ ਕਿੱਥੇ ਜਾਣਗੇ ਜੀ? ਇੰਡੀਆ ਦੇ ਵਿੱਚ ਇਹ ਜਾਣਗੇ ਕਲਕੱਤਾ। ਪਹੁੰਚਣਾ ਸੀ ਇਹਨਾਂ ਨੇ ਕਲਕੱਤਾ ਪੋਰਟ। ਠੀਕ ਹੈ, ਲੇਕਿਨ ਕਲਕੱਤਾ ਦੇ ਨੇੜੇ ਹੀ ਨਾ ਇੱਕ ਸਟੇਸ਼ਨ ਹੈ ਜਿਹਦਾ ਨਾਮ ਹੈ ਬਜਬਜ। ਬਜਬਜ ਦੇ ਵਿੱਚ ਹੀ ਇਸ ਸ਼ਿਪ ਨੂੰ ਰੋਕ ਲਿਆ ਤੇ ਅੰਗਰੇਜ਼ਾਂ ਨੇ ਕਿਹਾ ਜਦੋਂ ਤੁਹਾਨੂੰ ਪਤਾ ਸੀ ਯੁੱਧ ਛਿੜਿਆ ਹੋਇਆ ਤੁਸੀਂ ਦੇਸ਼ ਤੋਂ ਬਾਹਰ ਗਏ ਕਿਉਂ? ਹੁਣ ਜੇ ਦੇਸ਼ ਤੋਂ ਬਾਹਰ ਗਏ ਹੋ ਤਾਂ ਬਾਹਰ ਹੀ ਰਹੋ, ਸਾਨੂੰ ਕੀ ਲੈਣਾ ਦੇਣਾ। ਠੀਕ ਹੈ, ਹੁਣ ਐਤਕੀ ਜਿਹੜੇ ਆਪਣੇ ਪੰਜਾਬੀ ਹੈਗੇ ਆ ਇਹਨਾਂ ਦਾ ਦਿਮਾਗ ਹੋ ਗਿਆ ਖਰਾਬ। ਇਹ ਕਹਿੰਦੇ ਹੁਣ ਤੁਹਾਨੂੰ ਅਸੀਂ ਛੱਡ ਦੇਣੀ। ਸੋ ਬਹੁਤ ਕੁਟਾਪਾ ਚਾੜਿਆ ਇਹਨਾਂ ਨੇ ਅੰਗਰੇਜ਼ਾਂ ਦਾ, ਅੰਗਰੇਜ਼ਾਂ ਨੇ ਇਹਨਾਂ ਦਾ ਖੂਬ ਧੜਾਧੜ ਮਾਰ ਕੁੱਟ ਹੋਈ, ਇੱਕ ਅੱਧੇ ਵਿਚਾਰੇ ਜਣੇ ਮਾਰੇ ਵੀ ਗਏ। ਉਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਪਈ, ਮੁਸਲਿਮ ਲੀਗ ਵਿੱਚ ਪਈ ਤੇ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੀ ਸੰਧੀ ਕਰਾਈ ਤੇ ਜਿਹੜੇ ਬੰਦੇ ਹੈਗੇ ਇੰਡੀਆ ਦੇ ਵਿੱਚ ਵਾਪਸ ਲੈ ਕੇ ਆਂਦੇ। ਇਸ ਪੂਰੇ ਇਨਸੀਡੈਂਟ ਨੂੰ ਕਿਹਾ ਜਾਂਦਾ ਹੈ ਕੋਮਾਗਾਟਾ ਮਾਰੂ ਇਨਸੀਡੈਂਟ। ਠੀਕ ਹੈ, ਸਮਝ ਆਇਆ? ਸਮਝ ਆ ਗਿਆ? ਇਹ ਮੈਪ ਨਾ ਡਰਾ ਕਰਿਓ, ਤੁਹਾਡੇ ਕੁਝ ਪੱਲੇ ਨਹੀਂ ਪੈਣਾ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਐਂਡ ਕਰੀਏ। ਠੀਕ ਹੈ, ਇਸ ਪੂਰੇ ਦੇ ਪੂਰੇ ਇਨਸੀਡੈਂਟ ਦੇ ਪੁਆਇੰਟਸ ਮੈਂ ਹੀ ਤੁਹਾਨੂੰ ਲਿਖਾ ਦਿੰਦੀ ਹਾਂ। ਠੀਕ ਹੈ, ਵੈਸੇ ਸਕਰੀਨਸ਼ਾਟ ਲੈ ਲਓ, ਲੈਣਾ ਹੈ ਤਾਂ ਫੋਟੋ ਫਾਟੋ ਖਿੱਚ ਲਓ ਜੇ ਖਿੱਚਣੀ ਹੈ ਤਾਂ। ਠੀਕ ਹੈ, ਉਹ ਤੁਹਾਡੀ ਇੱਛਾ, ਅਗਰ ਤੁਸੀਂ ਘਰੇ ਜਾ ਕੇ ਦੇਖਣਾ ਚਾਹੋ ਤਾਂ, ਲੇਕਿਨ ਮੈਨੂੰ ਲੱਗਦਾ ਨਹੀਂ ਤੁਹਾਨੂੰ ਸਮਝ ਆਊਗਾ ਇਸ 'ਚ ਕੁਝ। ਠੀਕ ਹੈ, ਚਲੋ ਲੈ ਲਓ ਫਿਰ, ਛੇਤੀ ਫੋਟੋ ਲੈ ਲਓ, ਫਿਰ ਆਪਾਂ ਅੱਗੇ ਚੱਲੀਏ। ਫਿਰ ਸਰ ਨੇ ਵੀ ਕਲਾਸ ਸ਼ੁਰੂ ਕਰਨੀ ਹੈ, ਆਪਾਂ ਖਤਮ ਕਰੀਏ ਇਸ ਟੌਪਿਕ ਨੂੰ। वैसे हो गया टाइम के बचे हले मेरे को 2-4 हो गए, 1 मिनट रह गया बस, फिर ठीक है। चलो चलो फिर मैं इनू इरेज कर दी। ਤੇ ਹੁਣ ਆਪਾਂ ਲਿਖਦੇ ਹਾਂ ਕੋਮਾਗਾਟਾ ਮਾਰੂ
1914 ਦੇ ਕੁਝ ਪੁਆਇੰਟਸ, ਠੀਕ ਹੈ। ਸੋ ਲਿਖੋ 1914 ਕੌਮਾ ਗਾਟਾ ਮਾਰੂ इंसिडेंट, ठीक है। सब तो पहली गल कौमा गाटा मारू की चीज है, इनू शॉर्ट च लिखिए केजीएम। केजीएम की चीज है? ये स्टीम ते चलण वाला, भाप ते चलण वाला एक शिप है। दूजा सवाल, कौमा गाटा मारू आपां कित्थों लिया? ये आपां लिया सीगा जापान तो, सो ये जापानी शिप है, ठीक है जी। तीसरा पॉइंट, सिंगापुर दे विच कौन सीगे जिन्हां ने मदद की? किसदी मदद मिली? बाबा गुरदित सिंह, ठीक है जी। नेक्स्ट पॉइंट, फोर्थ पॉइंट, हाँ जी, फोर्थ पॉइंट की किता आपां? जर्नी। जर्नी दे विच लिखोगे सिंगापुर तो वैनकूवर, ठीक है। ते लास्ट इज रिटर्न जर्नी। रिटर्न जर्नी इस शिप दी रहेगी वैनकूवर तो बजबज, ठीक है। बजबज बेटा स्टेशन सी नियर कलकत्ता, नियर कलकत्ता, ठीक है जी। सो ये सीगा अपना कौमा गाटा मारू इंसीडेंट, समझ आया? पक्की गल है। चलो, सो पंजाब दे विच 1913 1914 बहुत बहुत जरूरी सीगा, जो कि आपां डिस्कस किया। कल अपने पंजाब लई इंपॉर्टेंट होगा 1919, जिस च तुहानूं सारिआं नूं पता जलियांवाला बाग हत्याकांड वगैरह, ये सारी चीज़ां आपां डिस्कस करांगे, ठीक है जी। 1919 तो बाद 1920 ते फिर उस तो बाद 1925 इन्ना क अपने पंजाब दे विच जरूरी है, ठीक है। ते फिर आपां करांगे अपने पंजाब दी सोशियो रिलीजियस रिफॉर्म मूवमेंट्स, ठीक है। उस तो बाद तुहाडे पंजाब दी हिस्टरी खत्म, ठीक है जी। सो कल दी आखिरी क्लास है पंजाब हिस्टरी दी, उस तो बाद आपां अगली क्लास दे विच फ्राइडे सैटरडे दी क्लास च पंजाब दा कल्चर शुरू करांगे, ठीक है जी। डन है, चलो। सो मिलते हैं आपसे अगली क्लास में। हैव अ नाइस डे, टेक केयर।